हेलो हाँ डियर स्टूडेंट्स आज ਆਪਾਂ ਤੁਹਾਡਾ ਪੈਡਾਗੋਗੀ ਆਫ ਸਾਇੰਸ ਦਾ ਫਰਸਟ ਟੌਪਿਕ ਸੈਮ 2 ਦਾ ਲੈਸਨ ਪਲੈਨਿੰਗ ਕਰਾਂਗੇ ਔਰ ਇਸ ਲੈਸਨ ਪਲੈਨਿੰਗ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਾਟ ਇਜ਼ ਲੈਸਨ ਪਲੈਨਿੰਗ ਐਂਡ concept of lesson planning, importance of lesson planning and approaches of lesson planning. ਤੁਹਾਡੇ ਸਿਲੇਬਸ ਦੇ ਵਿੱਚ approaches ਦੇ ਵਿੱਚ ਹਰਪਰਸ਼ੀਅਨ approach and constructivist approach ਆ ਪਰ ਮੈਂ ਨਾਲ ਇਹਦੇ ਜਿਵੇਂ ਥੋੜਾ ਜਿਹਾ RCM approach ਤੇ ਬਲੂਮਸ approach ਬਾਰੇ ਵੀ ਥੋੜਾ ਜਿਹਾ ਡਿਸਕਸ ਕਰੂੰਗੀ। ਇਹਦੇ ਲਈ ਮੈਂ ਸਲਾਈਡ ਸ਼ੇਅਰ ਕਰਦੀ ਹਾਂ ਤੁਹਾਨੂੰ। First of all, what is lesson planning? Lesson planning ਕੀ ਆ? ਟੀਚਰ ਨੇ ਜਦੋਂ ਵੀ ਕਲਾਸ ਦੇ ਵਿੱਚ ਜਾਣਾ ਤਾਂ ਉਹਨੇ ਪਹਿਲਾਂ ਆਪਣੀ ਤਿਆਰੀ ਕਰਕੇ ਲੈ ਕੇ ਜਾਣੀ ਆ। ਜਦੋਂ ਅਸੀਂ ਕਲਾਸ ਦੇ ਵਿੱਚ ਬਿਨਾਂ ਤਿਆਰੀ ਤੋਂ ਜਾਂਦੇ ਆ ਤਾਂ ਜਦੋਂ ਵੀ ਤੁਸੀਂ ਕਲਾਸ 'ਚ ਪੜ੍ਹਾਉਣਾ ਤਾਂ ਜਾ ਕੇ ਪਹਿਲਾਂ ਸੋਚਣਾ ਪਊਗਾ ਕਿਉਂਕਿ ਆਪਾਂ ਨੂੰ ਪਤਾ ਸਾਡੇ ਕੋਲ 40 ਮਿੰਟ ਦੀ ਕਲਾਸ ਹੁੰਦੀ ਆ ਤੇ 40 ਮਿੰਟ ਦੇ ਵਿੱਚ ਅਸੀਂ ਜੇ ਜਾ ਕੇ ਪਹਿਲਾਂ ਸੋਚਣਾ ਹੀ ਸ਼ੁਰੂ ਕਰਤਾ ਵੀ ਹੁਣ ਕੀ ਪੜ੍ਹਾਉਣਾ ਆ ਤਾਂ ਤੁਹਾਡਾ ਅੱਧਾ ਟਾਈਮ ਤਾਂ ਇਸੇ 'ਚ ਹੀ ਜਿਹੜਾ ਵੇਸਟ ਹੋ ਜਾਣਾ ਹੈ। ਤਾਂ ਲੈਸਨ ਪਲੈਨਿੰਗ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਟੀਚਰ ਦਾ ਹਥਿਆਰ ਹੁੰਦਾ ਆ, ਟੂਲਸ ਆਫ ਲੈਸਨ, ਟੂਲਸ ਆਫ ਟੀਚਰ। ਠੀਕ ਆ, ਬਿਨਾਂ ਟੂਲਸ ਤੋਂ ਜਾਂ ਬਿਨਾਂ ਹਥਿਆਰਾਂ ਤੋਂ ਜਿਵੇਂ ਇੱਕ ਸਿਪਾਹੀ ਜਿਹੜਾ ਆ ਉਹ ਮੈਦਾਨ ਦੇ ਵਿੱਚ ਨਹੀਂ ਲੜ ਸਕਦਾ, ਇਸੇ ਤਰ੍ਹਾਂ ਹੀ ਟੀਚਰ ਬਿਨਾਂ ਲੈਸਨ ਪਲਾਨ ਤੋਂ ਕਲਾਸ ਦੇ ਵਿੱਚ ਵਧੀਆ ਟੀਚ ਨਹੀਂ ਕਰ ਸਕਦਾ। ਤਾਂ ਲੈਸਨ ਪਲਾਨ ਕੀ ਹੁੰਦੀ ਆ? ਇਹ ਲੈਸਨ ਪਲਾਨ is a document that outline the content of your lesson step by step. It's a list of tasks that your students will undertake to help and to guide your teaching. ਜਿਵੇਂ ਤੁਸੀਂ ਜਦੋਂ ਲੈਸਨ ਪਲਾਨ ਬਣਾ ਕੇ ਕਲਾਸ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਪਤਾ ਆ ਕਿ ਕਿਹੜੀ ਚੀਜ਼ ਮੈਂ ਪਹਿਲਾਂ ਟੀਚ ਕਰਨੀ ਆ, ਕਿਵੇਂ ਕਿਵੇਂ ਕੋਰਿਲੇਟ ਕਰਕੇ ਤੁਸੀਂ ਅੱਗੇ ਅੱਗੇ ਲੈਸਨ ਨੂੰ ਡਿਵੈਲਪ ਕਰਨਾ ਆ। ਤਾਂ ਇਸੇ ਤਰ੍ਹਾਂ ਜਿਹੜਾ ਲੈਸਨ ਪਲਾਨ ਆ ਉਹ ਇੱਕ ਤੁਹਾਨੂੰ ਐਡਵਾਂਸਡ ਜਿਹੜੀ ਥਿੰਕਿੰਗ ਆ ਉਹ ਕਲਾਸ ਦੇ ਵਿੱਚ ਦਿੰਦਾ ਆ ਔਰ ਲੈਸਨ ਪਲਾਨ ਹਮੇਸ਼ਾ ਟੀਚਰ ਨੂੰ ਇਹ ਦੱਸਦਾ ਹੈ ਕਿ ਉਹਨੇ ਇਹ ਟੌਪਿਕ ਜਿਹੜਾ ਉਹ ਕਿੰਨੇ ਟਾਈਮ ਦੇ ਵਿੱਚ ਖਤਮ ਕਰਨਾ ਆ ਕਿਉਂਕਿ ਜਦੋਂ ਅਸੀਂ ਕਿਸੇ ਲੈਸਨ ਨੂੰ ਪੜਾਂਗੇ ਸਾਨੂੰ ਪਤਾ ਉਹਦੇ 'ਚ ਕਿੰਨਾ ਕੰਟੈਂਟ ਆ, ਉਹਨੂੰ ਅਸੀਂ ਇੱਕ ਹਫ਼ਤੇ ਦੇ ਵਿੱਚ ਖਤਮ ਕਰਨਾ ਆ, ਇੱਕ ਮਹੀਨੇ ਦੇ ਵਿੱਚ ਖਤਮ ਕਰਨਾ ਆ ਜਾਂ ਅਸੀਂ ਉਹਨੂੰ 2 ਦਿਨ ਦੇ ਵਿੱਚ ਖਤਮ ਕਰਨਾ। ਤਾਂ ਇੱਕ ਲੇਆਊਟ ਜਿਹੜਾ ਹੈ ਉਹ ਸਾਨੂੰ ਲੈਸਨ ਪਲਾਨ ਦਿੰਦਾ ਆ। ਇਸੇ ਤਰ੍ਹਾਂ ਹੀ ਲੈਸਨ ਪਲਾਨ ਟੀਚਰ ਦਾ ਟਾਈਮ ਸੇਵ ਕਰਦਾ ਆ। ਠੀਕ ਆ, ਔਰ ਲੈਸਨ ਪਲਾਨ ਜਦੋਂ ਤੁਸੀਂ ਬਣਾਉਣਾ ਜ਼ਰੂਰੀ ਨਹੀਂ ਕਿ ਉਹਨੂੰ ਪੂਰਾ ਉਹਦਾ ਫਾਰਮੈਟ ਬਣਾ ਕੇ ਲੈ ਕੇ ਜਾਓ, ਤੁਸੀਂ ਉਹਨੂੰ ਕਲਾਸ ਦੇ ਵਿੱਚ ਜਦੋਂ ਜਾਣਾ ਉਹਦੇ ਇੰਪੋਰਟੈਂਟ ਪੁਆਇੰਟਸ ਉਹ ਲਿਖ ਕੇ ਲੈ ਜਾਓ। ਕੋਈ ਤੁਹਾਨੂੰ ਲੱਗਦਾ ਰੈਲੇਵੈਂਟ ਐਗਜ਼ਾਮਪਲ ਹੈ ਉਹ ਤੁਸੀਂ ਨਾਲ ਲਿਖ ਕੇ ਲੈ ਕੇ ਜਾ ਸਕਦੇ ਹੋ। ਔਰ ਜਿਹੜਾ ਲੈਸਨ ਪਲਾਨ ਆ ਉਹ ਹਮੇਸ਼ਾ ਇੱਕ ਟੈਂਟੇਟਿਵ ਫਾਰਮੈਟ ਹੁੰਦਾ ਆ ਜਿਹੜਾ ਅਸੀਂ ਲਰਨਿੰਗ ਐਕਸਪੀਰੀਅੰਸ ਕਰਦੇ ਆ ਔਰ ਸਟੂਡੈਂਟਸ ਦੇ ਅਸੀਂ ਲਰਨਿੰਗ ਐਕਸਪੀਰੀਅੰਸ ਕਰਾਉਣੇ ਹੁੰਦੇ ਆ ਇਨ ਸ਼ਾਰਟ ਟਰਮ ਐਂਡ ਲੌਂਗ ਟਰਮ। ਅਸੀਂ ਜੋ ਬੱਚਿਆਂ ਦੇ ਬਿਹੇਵੀਅਰ ਤੋਂ ਆਊਟਕਮ ਚਾਹੁੰਦੇ ਆ, ਅਸੀਂ ਚਾਹੁੰਦੇ ਆ ਕਿ ਸਟੂਡੈਂਟ ਸਾਨੂੰ ਜਿਹੜੇ ਆ ਇਸ ਸਾਡਾ ਇਹ ਟੌਪਿਕ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਦਾ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜ ਆਵੇ, ਆਹ ਚੀਜ਼ ਉਹਨਾਂ ਨੇ ਸਿੱਖੀ ਹੋਵੇ, ਤਾਂ ਉਹ ਅਸੀਂ ਸਾਰਾ ਕੁਝ ਲੈਸਨ ਪਲਾਨ ਦੇ ਵਿੱਚ ਲੇਆਊਟ ਬਣਾਉਂਦੇ ਆ। ਇਸ ਤੋਂ ਇਲਾਵਾ ਕੀ ਆ ਕਿ ਜਿਹੜੀ ਲਰਨਿੰਗ ਆ ਉਹ ਸਿਸਟਮੈਟਿਕ ਹੋ ਜਾਂਦੀ ਆ, ਸਟੂਡੈਂਟਸ ਦੀ ਲਰਨਿੰਗ ਵੀ ਸਿਸਟਮੈਟਿਕ ਹੋ ਜਾਂਦੀ ਆ ਔਰ ਲਰਨਿੰਗ ਦੇ ਨਾਲ ਨਾਲ ਟੀਚਿੰਗ ਵੀ ਸਿਸਟਮੈਟਿਕ ਹੋ ਜਾਂਦੀ ਆ। ਔਰ ਜਦੋਂ ਟੀਚਰ ਪ੍ਰੋਪਰ ਪਲੈਨਿੰਗ ਦੇ ਨਾਲ ਜਾਂ ਲੈਸਨ ਪਲੈਨਿੰਗ ਬਣਾਉਂਦਾ ਆ, ਲੈਸਨ ਪਲਾਨ ਕਰਦਾ ਆ ਤਾਂ ਉਹਦੇ ਨਾਲ ਇਵੈਲੂਏਸ਼ਨ ਵੀ ਸੌਖੀ ਹੋ ਜਾਂਦੀ ਆ। ਇਸ ਤੋਂ ਇਲਾਵਾ ਨੈਕਸਟ ਹੈਗਾ ਕਿ ਐਡਵਾਂਟੇਜ ਕੀ ਹੈਗੀਆਂ ਲੈਸਨ ਪਲੈਨਿੰਗ ਦੀਆਂ। ਜਦੋਂ ਵੀ ਰਾਜੇ ਤੁਸੀਂ ਕਲਾਸ ਦੇ ਵਿੱਚ ਜਾਂਦੇ ਹੋ ਤਾਂ ਲੈਸਨ ਪਲਾਨ ਤੁਹਾਡਾ ਤਿਆਰ ਕੀਤਾ ਹੁੰਦਾ ਆ ਤਾਂ ਉਹਦੇ ਨਾਲ ਤੁਹਾਡੇ 'ਚ ਇੱਕ ਅਲੱਗ ਤਰ੍ਹਾਂ ਦਾ ਕੌਨਫੀਡੈਂਸ ਆ ਜਾਂਦਾ ਆ, ਸੈਲਫ ਕੌਨਫੀਡੈਂਸ ਜਿਹਨੂੰ ਆਪਾਂ ਸੈਲਫ ਕੌਨਫੀਡੈਂਸ ਕਹਿੰਦੇ ਆ। ਤੇ ਆਪਾਂ ਆਪਣਾ ਕੰਮ ਬੜਾ ਫਰੀਕੁਐਂਟਲੀ ਸਮੂਥਲੀ ਕਲਾਸ ਦੇ ਵਿੱਚ ਕਰਦੇ ਆ, ਕਿੱਥੇ ਕੋਈ ਐਕਟੀਵਿਟੀ ਕਰਾਉਣੀ ਆ, ਕਿੱਥੇ ਤੁਸੀਂ ਜਿਹੜੀ ਕੋਈ ਕੁਐਸਚਨਿੰਗ ਕਰਨੀ ਆ, ਤਾਂ ਲੈਸਨ ਪਲੈਨਿੰਗ ਦੇ ਨਾਲ ਟੀਚਰ ਦੇ ਵਿੱਚ ਸੈਲਫ ਕੌਨਫੀਡੈਂਸ ਆਉਂਦਾ ਆ। ਇਸ ਤੋਂ ਇਲਾਵਾ ਜੇ ਕੋਈ ਉਹ ਟੀਚਿੰਗ ਏਡ ਬਣਾ ਕੇ ਲੈ ਕੇ ਗਿਆ ਹੋਇਆ ਤਾਂ ਉਹ ਟੀਚਿੰਗ ਏਡ ਕਦੋਂ ਯੂਜ਼ ਕਰਨੀ ਆ ਉਹਦਾ ਪ੍ਰੋਪਰ ਯੂਜ਼ ਔਰ ਉਹਦਾ ਪ੍ਰੋਪਰ ਐਕਸਪਲੇਨੇਸ਼ਨ ਟੀਚਰ ਬੜਾ ਈਜ਼ੀਲੀ ਕਰ ਲੈਂਦਾ ਆ।
ਇਸ ਤੋਂ ਇਲਾਵਾ ਜਿਹੜੀ ਲੈਸਨ ਪਲੈਨਿੰਗ ਆ ਉਹ ਹਮੇਸ਼ਾ ਸਾਨੂੰ ਦੂਜੇ ਸਬਜੈਕਟ ਦੇ ਨਾਲ ਜਿਹੜਾ ਸਾਡਾ ਸਬਜੈਕਟ ਆ ਉਹਨੂੰ ਦੂਜੇ ਸਬਜੈਕਟ ਦੇ ਨਾਲ ਕੋਰਿਲੇਟ ਕਰਕੇ ਇੰਟੀਗ੍ਰੇਟ ਕਰਕੇ ਪੜ੍ਹਾਉਣ ਦੇ ਵਿੱਚ ਹੈਲਪ ਕਰਦੀ ਆ, ਕਿਉਂਕਿ ਜਦੋਂ ਤੁਸੀਂ ਕਰਿਕੂਲਮ ਦੇ ਪ੍ਰਿੰਸੀਪਲਸ ਕੀਤੇ ਹੋਣਗੇ ਤਾਂ ਤੁਹਾਨੂੰ ਟੀਚਰਸ ਨੇ ਦੱਸਿਆ ਹੋਣਾ ਕਿ ਜਿਹੜਾ ਕਰਿਕੂਲਮ ਆ ਉਹ ਹਮੇਸ਼ਾ ਇੰਟੀਗ੍ਰੇਟਡ ਹੋਣਾ ਚਾਹੀਦਾ ਆ। ਉਹਦੇ ਚ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਹੋਣੀ ਚਾਹੀਦੀ ਆ, ਉਹਦੇ ਵਿੱਚ ਪ੍ਰਿੰਸੀਪਲ ਆਫ ਕੋਆਰਡੀਨੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਕੱਲਾ ਇੱਕ ਸਬਜੈਕਟ ਨੂੰ ਕਦੀ ਨਹੀਂ ਪੜ੍ਹਨਾ, ਅਸੀਂ ਹਮੇਸ਼ਾ ਉਹਨੂੰ ਦੂਜਿਆਂ ਦੇ ਨਾਲ ਕੋਰਿਲੇਟ ਕਰਕੇ ਇੱਕ ਦੂਜੇ ਹਰ ਸਬਜੈਕਟ ਦੀ ਇੱਕ ਦੂਜੇ ਦੇ ਉੱਪਰ ਇੰਟਰਡਿਪੈਂਡੈਂਸ ਹੁੰਦੀ ਆ, ਕੋਰਿਲੇਸ਼ਨ ਹੁੰਦਾ, ਜਿਵੇਂ ਮੈਥ ਦਾ ਸਾਇੰਸ ਨਾਲ ਆ, ਸਾਇੰਸ ਦਾ ਸੋਸ਼ਲ ਸਾਇੰਸ ਨਾਲ ਆ, ਹਿਸਟਰੀ ਨਾਲ ਆ, ਮਤਲਬ ਹਰ ਸਬਜੈਕਟ ਦੇ ਵਿੱਚ ਇੱਕ ਦੂਜੇ ਸਬਜੈਕਟ ਦਾ ਇੰਪੈਕਟ ਹੁੰਦਾ ਹੈ। ਤਾਂ ਇਹ ਤਾਂ ਹੀ ਤੁਸੀਂ ਬੱਚਿਆਂ ਨੂੰ ਦੱਸ ਸਕਦੇ ਹੋ ਜੇ ਤੁਸੀਂ ਪ੍ਰੋਪਰ ਲੈਸਨ ਪਲੈਨਿੰਗ ਬਣਾ ਕੇ ਲੈ ਕੇ ਜਾਂਦੇ ਆ। ਇਸ ਤੋਂ ਇਲਾਵਾ ਸਾਡੀ ਜਿਹੜੀ ਥਿੰਕਿੰਗ ਆ ਟੀਚਿੰਗ ਅਬਾਊਟ ਟੀਚਿੰਗ, ਉਹਨੂੰ ਇੱਕ ਆਰਡਰ ਦੇ ਵਿੱਚ ਲਿਆਉਣ ਦੇ ਲਈ ਹੈਲਪ ਕਰਦੀ ਆ ਸਾਨੂੰ ਲੈਸਨ ਪਲੈਨਿੰਗ। ਹੁਣ ਨੈਕਸਟ ਹੈਗਾ ਤੁਹਾਡਾ ਕਿਹੜੀਆਂ ਅਪਰੋਚਿਸ ਆ ਜਿਨ੍ਹਾਂ ਦੇ ਨਾਲ ਅਸੀਂ ਲੈਸਨ ਪਲਾਨ ਬਣਾ ਸਕਦੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਹਾਡੇ ਸਿਲੇਬਸ ਦੇ ਵਿੱਚ ਮੇਨ 2 ਅਪਰੋਚਿਸ ਨੇ, ਪਰ ਆਪਾਂ ਇਸ ਤੋਂ ਇਲਾਵਾ ਜਿਹੜੀਆਂ ਆ ਇਹ 5 ਅਪਰੋਚਿਸ ਲਿਖੀਆਂ ਹੋਈਆਂ, ਹਰਵਰਸ਼ੀਅਨ ਅਪਰੋਚ, ਬਲੂਮਸ ਅਪਰੋਚ, RCM ਅਪਰੋਚ, ਸਕਿੱਲ ਅਪਰੋਚ ਤੇ ਕੰਸਟਰਕਟਿਵਿਸਟ ਅਪਰੋਚ। ਤੁਹਾਡੇ ਸਿਲੇਬਸ ਦੇ ਵਿੱਚ ਹਰਵਰਸ਼ੀਅਨ ਅਪਰੋਚ ਤੇ ਕੰਸਟਰਕਟਿਵਿਸਟ ਅਪਰੋਚ ਆ, ਪਰ ਫਿਰ ਵੀ ਆਪਾਂ ਡਿਸਕਸ ਕਰਦੇ ਹਾਂ ਕਿ ਦੂਸਰੀਆਂ ਅਪਰੋਚਿਸ ਕੀ ਹੁੰਦੀਆਂ। ਫਸਟ ਹੈ ਹਰਵਰਸ਼ੀਅਨ ਅਪਰੋਚ। ਹਰਵਰਟ ਦੇ ਨਾਂ ਤੋਂ ਹਰਵਰਸ਼ੀਅਨ ਅਪਰੋਚ ਬਣੀ ਹੈ। ਮਿਸਟਰ ਹਰਵਰਟ ਇੱਕ ਜਰਮਨ ਫਿਲਾਸਫਰ ਸੀਗੇ ਔਰ ਉਹਨਾਂ ਦਾ ਪੂਰਾ ਨਾਮ ਜੋਹਨ ਫੈਡਰਿਕ ਹਰਵਰਟ ਸੀ। 1776 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਔਰ 1841 ਦੇ ਵਿੱਚ ਉਹਨਾਂ ਦੀ ਡੈਥ ਹੋਈ। ਔਰ ਉਹਨਾਂ ਦਾ ਸਾਡਾ ਜਿਹੜਾ ਟੀਚਿੰਗ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਆ ਔਰ ਇੱਕ ਟੀਚਰ ਨੂੰ ਉਹਨੇ ਬਹੁਤ ਵਧੀਆ ਸੇਧ ਦਿੱਤੀ ਆ ਔਰ ਉਹਨਾਂ ਨੇ ਸਾਨੂੰ ਦੱਸਿਆ, ਇੱਕ ਫਾਰਮੈਟ ਦਿੱਤਾ ਕਿ ਕਿਵੇਂ ਟੀਚਰ ਨੇ ਲੈਸਨ ਪਲਾਨ ਬਣਾਉਣਾ ਆ। ਤਾਂ ਉਹਨਾਂ ਨੇ ਇਸ ਲੈਸਨ ਪਲਾਨ ਨੂੰ 5 ਯੂਨਿਟ ਦੇ ਵਿੱਚ ਡਿਵਾਈਡ ਕੀਤਾ, ਚਾਹੇ ਇਹਨੂੰ 5 ਸਟੈਪਸ ਕਹਿ ਲਓ, ਚਾਹੇ ਇਹਨੂੰ ਤੁਸੀਂ 5 ਐਕਟੀਵਿਟੀਜ਼ ਕਹਿ ਲਓ। ਕਿ ਜਦੋਂ ਤੁਸੀਂ ਲੈਸਨ ਪਲਾਨ ਤਿਆਰ ਕਰਨਾ ਆ ਤਾਂ ਤੁਸੀਂ ਜਿਹੜੀ ਆ ਇਹਨਾਂ 5 ਸਟੈਪਸ ਨੂੰ ਧਿਆਨ ਚ ਰੱਖਣਾ ਆ। ਔਰ ਕਈ ਬੁੱਕਸ ਦੇ ਵਿੱਚ 6 ਸਟੈਪ ਵੀ ਦਿੱਤੇ ਹੋਏ ਆ ਔਰ ਮੇਨ ਜਿਹੜੇ ਇਹਨਾਂ ਦੇ 5 ਸਟੈਪ ਨੇ, ਫਰਸਟ ਹੈ ਪ੍ਰੈਪਰੇਸ਼ਨ, ਸੈਕੰਡ ਹੈ ਪ੍ਰੈਜੈਂਟੇਸ਼ਨ, ਥਰਡ ਹੈ ਐਸੋਸੀਏਸ਼ਨ ਔਰ ਕੰਪੈਰੀਜ਼ਨ ਔਰ ਫੋਰਥ ਤੇ ਫਿਫਥ ਕਈ ਬੁੱਕਸ ਦੇ ਵਿੱਚ ਇਕੱਠਾ ਕੀਤਾ ਹੋਇਆ। ਇੱਥੇ ਜਿਹੜੀ ਮੈਂ ਸਲਾਈਡਸ ਦੇ ਵਿੱਚ ਇਹਨੂੰ ਅਲੱਗ-ਅਲੱਗ ਲਿਖਿਆ ਹੋਇਆ। ਫੋਰਥ ਹੈ ਜਨਰਲਾਈਜੇਸ਼ਨ, ਫਿਫਥ ਹੈ ਐਪਲੀਕੇਸ਼ਨ ਐਂਡ ਸਿਕਸਥ ਜਿਹੜਾ ਬਾਕੀ ਬੁੱਕਸ ਦੇ ਵਿੱਚ ਕਈ ਵਾਰੀ ਅਲੱਗ ਤੋਂ ਦਿੱਤਾ ਹੋਇਆ, ਫਿਫਥ ਸਿਸਟੇਮੇਟਾਈਜੇਸ਼ਨ ਔਰ ਰੀਕੈਪਚੁਲੇਸ਼ਨ। ਠੀਕ ਹੈ। ਔਰ ਹੁਣ ਇਹਦੇ ਵਿੱਚ ਜਿਹੜਾ ਫਰਸਟ ਪ੍ਰੈਪਰੇਸ਼ਨ ਕੀ ਹੁੰਦਾ, ਪ੍ਰੈਪਰੇਸ਼ਨ ਦੇ ਵਿੱਚ ਟੀਚਰ ਹਮੇਸ਼ਾ ਜਿਹੜਾ ਹੈ ਪਹਿਲਾਂ ਇੱਕ ਵਿਚਾਰ ਬਣਾਉਂਦਾ ਆ ਕਿ ਉਹਨੇ ਸਟੂਡੈਂਟਸ ਨੂੰ ਕਿਹੜਾ ਲੈਸਨ ਕਰਾਉਣਾ ਆ, ਉਹਦੇ ਲਈ ਕੀ ਕੀ ਚਾਹੀਦਾ, ਉਹਨੂੰ ਕਿਹੜੀ ਟੀਚਿੰਗ ਏਡ ਯੂਜ਼ ਕਰਨੀ ਆ। ਔਰ ਜੇ ਉਹਨੂੰ ਲੱਗਦਾ ਕੋਈ ਉਹਨੇ ਕਲਾਸ ਦੇ ਵਿੱਚ ਡਿਮੋਨਸਟ੍ਰੇਸ਼ਨ ਕਰਨੀ ਆ ਤਾਂ ਉਹਨੇ ਲੈਸਨ ਡਿਲੀਵਰ ਕਰਨਾ ਹੈ ਤਾਂ ਉਹਦੇ ਲਈ ਉਹਨੂੰ ਜੇ ਕੋਈ ਫਰਸਟ ਪ੍ਰੈਪਰੇਸ਼ਨ ਦੀ ਲੋੜ ਪੈਂਦੀ ਆ ਜਾਂ ਉਹ ਡਿਮੋਨਸਟ੍ਰੇਸ਼ਨ ਜਾਂ ਉਹ ਕੋਈ ਐਕਟੀਵਿਟੀ ਉਹਨੇ ਪਰਫਾਰਮ ਕਰਨੀ ਆ ਤਾਂ ਉਹ ਹਮੇਸ਼ਾ ਕਲਾਸ ਦੇ ਵਿੱਚ ਪਹਿਲਾਂ ਪਰਫਾਰਮ ਕਰਕੇ ਜਾਊਗਾ ਤਾਂ ਜੋ ਕਲਾਸ ਦੇ ਵਿੱਚ ਜਾ ਕੇ ਉਹਦਾ ਟਾਈਮ ਵੇਸਟ ਨਾ ਹੋਵੇ, ਈਜ਼ੀਲੀ ਸਮੂਥਲੀ ਉਹ ਦੁਆਰਾ ਉਸ ਐਕਟੀਵਿਟੀ ਨੂੰ ਪਰਫਾਰਮ ਕਰ ਸਕੇ। ਔਰ ਪ੍ਰੈਪਰੇਸ਼ਨ ਦੇ ਵਿੱਚ ਹੀ ਸਾਡਾ ਜਿਹੜਾ ਇੰਪੋਰਟੈਂਟ ਪਾਰਟ ਆ ਉਹ ਅਸੀਂ ਇਹ ਸੋਚਣਾ ਟੀਚਰ ਨੇ ਕਿ ਮੈਂ ਬੱਚਿਆਂ ਨੂੰ ਕਿਉਂ ਪੜ੍ਹਾ ਰਿਹਾ ਇਹ ਲੈਸਨ, ਜੇ ਇਹ ਟੌਪਿਕ ਮੈਂ ਕਰਾਉਣਾ ਆ ਤਾਂ ਇਹਦੇ ਪਿੱਛੇ ਮੇਰਾ ਕੀ ਏਮ ਆ, ਇਹਦੇ ਪਿੱਛੇ ਕੀ ਆਬਜੈਕਟਿਵ ਆ, ਕੀ ਸਿਖਾਉਣਾ ਚਾਹੁੰਦਾ ਆ ਮੈਂ ਬੱਚਿਆਂ ਨੂੰ। ਠੀਕ ਹੈ। ਇਹ ਟੌਪਿਕ ਪੜ੍ਹਾਉਣ ਤੋਂ ਬਾਅਦ ਬੱਚਿਆਂ ਦੇ ਨੌਲੇਜ ਦੀ ਅਪਡੇਸ਼ਨ ਕੀ ਹੋਏਗੀ, ਕਿਵੇਂ ਦੇ ਉਹਨਾਂ ਦੇ ਐਟੀਟਿਊਡ ਦੇ ਵਿੱਚ ਚੇਂਜ ਆਊਗੀ, ਕਿਉਂਕਿ ਅਸੀਂ ਸਾਇੰਸ ਦੇ ਵਿੱਚ ਲੈਸਨ ਕਰਾ ਰਹੇ ਹਾਂ ਸਾਇੰਸ ਦੇ ਰਿਗਾਰਡਿੰਗ, ਤਾਂ ਸਾਡਾ ਮੇਨ ਮਕਸਦ ਕੀ ਆ, ਬੱਚਿਆਂ ਦੇ ਵਿੱਚ ਸਾਇੰਟਿਫਿਕ ਐਟੀਟਿਊਡ ਡਿਵੈਲਪ ਕਰਨਾ, ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਡਿਵੈਲਪ ਕਰਨਾ, ਉਹਨਾਂ ਦੀ ਥਿੰਕਿੰਗ ਨੂੰ ਬਰੋਡ ਕਰਨਾ। ਕੋਈ ਵੀ ਅਸੀਂ ਐਕਟੀਵਿਟੀ ਕਰਾ ਰਹੇ ਹਾਂ, ਕੋਈ ਵੀ ਫੈਕਟ ਦੱਸ ਰਹੇ ਹਾਂ ਤਾਂ ਉਹ ਐਵੀਡੈਂਸਿਸ ਤੇ ਬੇਸਡ ਹੋਵੇ। ਤਾਂ ਰਾਜੇ ਜਦੋਂ ਪ੍ਰੈਪਰੇਸ਼ਨ ਵਾਲਾ ਸਟੈਪ ਆ ਤਾਂ ਇਹ ਸਾਰੀਆਂ ਚੀਜ਼ਾਂ ਟੀਚਰ ਨੇ ਸੋਚ ਕੇ ਜਾਣੀਆਂ। ਦੂਸਰਾ ਹੈ ਪ੍ਰੈਜੈਂਟੇਸ਼ਨ। ਹੁਣ ਪ੍ਰੈਜੈਂਟੇਸ਼ਨ ਸਟੈਪ ਜਿਹੜਾ ਆ ਉਹ ਸਾਡਾ ਇਹੀ ਹੁੰਦਾ ਹੈ ਕਿ ਇਹਦੇ ਵਿੱਚ ਅਸੀਂ
ਪ੍ਰੈਜੈਂਟੇਸ਼ਨ ਦੇ ਵਿੱਚ ਜਦੋਂ ਕਲਾਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਕੰਟੈਂਟ ਪ੍ਰੈਜ਼ੈਂਟ ਕਰਨਾ ਹੈ, ਠੀਕ ਆ। ਹੁਣ ਪ੍ਰੈਜ਼ੈਂਟ ਕਰਨ ਦੇ ਵੇਲੇ ਵੀ ਅਸੀਂ ਇਕੱਲਾ ਇਹ ਨਹੀਂ ਕਿ ਕਲਾਸ 'ਚ ਗਏ ਤਾਂ ਤੁਸੀਂ ਜਾ ਕੇ ਟੀਚ ਕਰਤਾ, ਨਹੀਂ। ਤੁਸੀਂ ਜਦੋਂ ਵੀ ਕਲਾਸ ਦੇ ਵਿੱਚ ਟੀਚ ਕਰਨਾ ਆ ਤਾਂ ਹਮੇਸ਼ਾ ਇੱਕ ਤਾਂ ਇਹ ਦੇਖਣਾ ਕਿ ਤੁਹਾਡੀ ਵੌਇਸ ਆਡੀਬਲ ਹੋਵੇ, ਤੁਸੀਂ ਬਲੈਕ ਬੋਰਡ ਯੂਜ਼ ਕਰ ਰਹੇ ਹੋ ਤੇ ਤੁਹਾਡਾ ਜਿਹੜਾ ਬਲੈਕ ਬੋਰਡ ਦੀ ਰਾਈਟਿੰਗ ਆ ਉਹ ਲੈਜੀਬਲ ਕਲੀਅਰ ਹੋਣੀ ਚਾਹੀਦੀ ਆ। ਕੋਈ ਡਾਇਗਰਾਮ ਡਰਾ ਕਰ ਰਹੇ ਆ ਤਾਂ ਉਹਦੀ ਪ੍ਰੋਪਰ ਲੇਬਲਿੰਗ ਹੋਣੀ ਚਾਹੀਦੀ ਆ। ਤੁਹਾਡੀ ਜਿਹੜੀ ਬਲੈਕ ਬੋਰਡ ਰਾਈਟਿੰਗ ਆ ਉਹ ਸਲਾਂਟਿੰਗ ਨਹੀਂ ਹੋਣੀ ਚਾਹੀਦੀ, ਸਟ੍ਰੇਟ ਲਾਈਨਸ ਹੋਣੀਆਂ ਚਾਹੀਦੀਆਂ ਆ। ਔਰ ਤੁਸੀਂ ਸਾਰੀ ਕਲਾਸ ਨੂੰ ਇੰਟਰੈਕਟ ਕਰ ਰਹੇ ਹੋ ਔਰ ਤੁਹਾਡਾ ਕੰਟੈਂਟ ਜਿਹੜਾ ਆ ਉਹ ਸਿਸਟੇਮੈਟਿਕ ਹੋਣਾ ਚਾਹੀਦਾ ਆ। ਔਰ ਜੇ ਤੁਸੀਂ ਕੋਈ ਟੀਚਿੰਗ ਏਡ ਦਿਖਾ ਰਹੇ ਹੋ ਜਾਂ ਕੋਈ ਐਕਟੀਵਿਟੀ ਪਰਫਾਰਮ ਕਰਵਾ ਰਹੇ ਹੋ ਤਾਂ ਉਹ ਵੀ ਸਾਰੀ ਕਲਾਸ ਨੂੰ ਵਿਜ਼ੀਬਲ ਹੋਣੀ ਚਾਹੀਦੀ ਆ। ਇਹ ਪ੍ਰੈਜੈਂਟੇਸ਼ਨ ਦੇ ਦੌਰਾਨ ਤੁਸੀਂ ਧਿਆਨ 'ਚ ਰੱਖਣਾ ਆ। ਥਰਡ ਹੈ ਐਸੋਸੀਏਸ਼ਨ ਜਾਂ ਕੰਪੈਰੀਜ਼ਨ। ਜਦੋਂ ਵੀ ਪ੍ਰੈਜੈਂਟੇਸ਼ਨ ਦੇ ਦੌਰਾਨ ਤੁਸੀਂ ਕੋਈ ਵੀ ਕੰਟੈਂਟ ਬੱਚਿਆਂ ਨੂੰ ਦੱਸਦੇ ਆ ਤਾਂ ਉਹਨੂੰ ਹਮੇਸ਼ਾ ਤੁਸੀਂ ਡੇਲੀ ਲਾਈਫ ਦੇ ਵਿੱਚ ਕੋਈ ਐਗਜ਼ਾਮਪਲ ਲੈ ਕੇ ਜਾਂ ਉਹਨੂੰ ਐਸੋਸੀਏਟ ਕਰੋ ਉਹਦੇ ਨਾਲ ਜਾਂ ਕੰਪੇਅਰ ਕਰਕੇ ਦੱਸੋ ਤਾਂ ਜੋ ਬੱਚਿਆਂ ਦੀ ਲਰਨਿੰਗ ਆਊਟਕਮਸ ਜ਼ਿਆਦਾ ਹੋਵੇ। ਔਰ ਕੋਸ਼ਿਸ਼ ਕਰੋ ਤੁਸੀਂ ਬੱਚਿਆਂ ਨੂੰ ਕਲਾਸ ਦੇ ਵਿੱਚ ਨਾਲ ਇਨਵੋਲਵ ਕਰੋ ਤਾਂ ਜੋ ਅਟੈਂਟਿਵ ਰਹਿਣ, ਉਹ ਪੈਸਿਵ ਲਿਸਨਰ ਨਾ ਹੋਣ, ਕਿਉਂਕਿ ਤੁਹਾਡਾ ਜਿਹੜਾ ਲੈਸਨ ਆ ਉਹ ਟੀਚਰ ਸੈਂਟਰ ਨਹੀਂ ਹੋਣਾ ਚਾਹੀਦਾ, ਉਹ ਸਟੂਡੈਂਟ ਸੈਂਟਰ ਹੋਣਾ ਚਾਹੀਦਾ। ਔਰ ਸਟੂਡੈਂਟ ਸੈਂਟਰ ਤਾਂ ਹੀ ਹੋਊਗਾ ਜੇ ਤੁਸੀਂ ਕੰਟੈਂਟ ਬੱਚਿਆਂ ਦੇ ਲੈਵਲ ਦਾ ਰੱਖਿਆ ਹੋਇਆ ਔਰ ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ, ਉਹਨਾਂ ਦੀ ਇਨਵੋਲਵਮੈਂਟ ਲੈ ਰਹੇ ਹੋ ਔਰ ਜੋ ਵੀ ਐਗਜ਼ਾਮਪਲਸ ਦੱਸ ਰਹੇ ਹੋ ਉਹਨਾਂ ਨੂੰ ਜਾਂ ਕੰਟੈਂਟ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਹੇ ਹੋ ਤਾਂ ਉਹਨੂੰ ਤੁਸੀਂ ਡੇਲੀ ਲਾਈਫ ਦੇ ਨਾਲ ਕੋਰਿਲੇਟ ਕਰ ਰਹੇ ਹੋ। ਫੋਰਥ ਹੈ ਜਨਰਲਾਈਜੇਸ਼ਨ। ਹੁਣ ਜਦੋਂ ਤੁਹਾਡਾ ਜਿਹੜਾ ਸਾਰਾ ਕੰਟੈਂਟ ਹੋ ਗਿਆ, ਤੁਸੀਂ ਕੰਪਲੀਟ ਕਰਤਾ, ਤੁਸੀਂ ਐਗਜ਼ਾਮਪਲ ਵੀ ਦੇ ਦਿੱਤੀਆਂ, ਜੋ ਐਵੀਡੈਂਸਿਸ ਸੀ ਉਹ ਵੀ ਦੱਸਦੇ, ਐਕਟੀਵਿਟੀਜ਼ ਵੀ ਪਰਫਾਰਮ ਕਰਤੀਆਂ, ਤਾਂ ਹੁਣ ਉਹਨੂੰ ਤੁਸੀਂ ਇੱਕ ਜਿਹੜਾ ਐਂਡ ਦੇ ਵਿੱਚ ਜਨਰਲਾਈਜ਼ ਕਰਨਾ ਕੀ ਹੁੰਦਾ ਹੈ ਕਿ ਕਨਕਲੂਡ ਕਰਨਾ। ਜੋ ਟੌਪਿਕ ਤੁਸੀਂ ਪੜ੍ਹਾਇਆ ਉਹਦਾ ਕੀ ਕਨਕਲੂਜ਼ਨ ਆ, ਉਹ ਟੌਪਿਕ ਤੁਸੀਂ ਕਿਉਂ ਕਰਾਇਆ ਬੱਚਿਆਂ ਨੂੰ, ਉਹਦੇ ਤੋਂ ਅਸੀਂ ਕੀ ਉਹਦਾ ਕਨਕਲੂਜ਼ਨ ਕੱਢਿਆ, ਉਹਦੇ ਅਸੀਂ ਜਿਹੜੇ ਇਨਫਰੈਂਸਿਸ ਆ ਉਹ ਅਸੀਂ ਕੀ ਲਏ, ਉਹਦਾ ਨਿਚੋੜ ਕੀ ਸੀ ਤੁਹਾਡੇ ਲੈਸਨ ਦਾ, ਉਹ ਤੁਸੀਂ ਬੱਚਿਆਂ ਨੂੰ ਦੱਸਣਾ ਆ। ਦੈਨ ਉਹਦੀ ਕੀ ਐਪਲੀਕੇਸ਼ਨ ਆ, ਕੱਲਾ ਇੰਨਾ ਹੀ ਨਹੀਂ, ਕਿਉਂਕਿ ਆਪਾਂ ਜਦੋਂ ਆਬਜੈਕਟਿਵਸ ਕੀਤੇ ਸੀਗੇ ਟੀਚਿੰਗ ਆਫ ਸਾਇੰਸ ਦੇ ਤਾਂ ਉਦੋਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਸੀਂ ਜਦੋਂ ਏਮਸ ਐਂਡ ਆਬਜੈਕਟਿਵ ਕਰਦੇ ਹਾਂ, ਫਸਟ ਆਬਜੈਕਟਿਵ ਸਾਡਾ ਕੀ ਹੁੰਦਾ ਹੈ, ਨੌਲੇਜ, ਸੈਕੰਡ ਕੀ ਆ, ਅੰਡਰਸਟੈਂਡਿੰਗ, ਐਂਡ ਥਰਡ ਇਜ਼ ਐਪਲੀਕੇਸ਼ਨ। ਨੌਲੇਜ ਬੱਚਿਆਂ ਨੂੰ ਦੇਣਾ, ਦੈਨ ਅੰਡਰਸਟੈਂਡਿੰਗ ਕਰਾਉਣੀ। ਹੁਣ ਇੱਥੇ ਜੇ ਮੈਂ ਇਹ ਕਵਾਂ ਤੁਹਾਡਾ ਜਿਹੜਾ ਇਹ ਲੈਸਨ ਆ ਉਹ ਤੁਹਾਡੇ 3 ਮੇਨ ਜਿਹੜੇ ਆਬਜੈਕਟਿਵਸ ਆ ਉਹਨਾਂ ਨੂੰ ਕਵਰ ਕਰਦਾ ਆ, ਪ੍ਰੈਪਰੇਸ਼ਨ, ਪ੍ਰੈਜੈਂਟੇਸ਼ਨ, ਐਸੋਸੀਏਸ਼ਨ। ਉੱਥੇ ਤੱਕ ਤੁਸੀਂ ਬੱਚਿਆਂ ਨੂੰ ਕੀ ਦੇ ਰਹੇ ਹੋ, ਨੌਲੇਜ। ਦੈਨ ਜਨਰਲਾਈਜੇਸ਼ਨ, ਜਦੋਂ ਤੁਸੀਂ ਉਹਨਾਂ ਨੂੰ ਜਨਰਲਾਈਜੇਸ਼ਨ ਕਰਾਉਂਦੇ ਆ ਤਾਂ ਕੀ ਕਰਵਾ ਰਹੇ ਹੋ, ਅੰਡਰਸਟੈਂਡਿੰਗ, ਠੀਕ ਹੈ। ਔਰ ਫਿਫਥ ਪੁਆਇੰਟ ਜਿਹੜਾ ਐਪਲੀਕੇਸ਼ਨ ਆ ਉਹ ਤੁਹਾਡਾ ਆਬਜੈਕਟਿਵ ਥਰਡ ਹੈ ਕਿ ਜੋ ਤੁਸੀਂ ਅੰਡਰਸਟੈਂਡਿੰਗ ਤੇ ਉਹਨਾਂ ਨੂੰ ਨੌਲੇਜ ਦਿੱਤੀ ਆ ਉਹਨੂੰ ਕਿੱਦਾਂ ਅਪਲਾਈ ਕਰਨਾ, ਹਾਊ ਟੂ ਅਪਲਾਈ ਦਿਸ ਨੌਲੇਜ ਇਨ ਆਵਰ ਲਾਈਫ, ਠੀਕ ਆ। ਆਪਣੀ ਲਾਈਫ ਦੇ ਵਿੱਚ ਇਹ ਜਿਹੜਾ ਨੌਲੇਜ ਆ ਜਾਂ ਅੰਡਰਸਟੈਂਡਿੰਗ ਆ ਇਹਨੂੰ ਕਿਵੇਂ ਅਪਲਾਈ ਕਰਨਾ। ਕੋਈ ਵੀ ਨੈਕਸਟ ਜਿਵੇਂ ਨੈਕਸਟ ਟੌਪਿਕ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਨੁਮੈਰੀਕਲ ਆ ਜਾਂਦਾ ਆ ਜਾਂ ਕੋਈ ਕੁਐਸਚਨ ਆ ਜਾਂਦਾ ਹੈ ਤਾਂ ਉਹ ਸਾਡੇ ਜਿਹੜਾ ਪਾਸਟ ਨੌਲੇਜ ਆ ਉਹਦੇ ਨਾਲ ਰਿਲੇਟਡ ਆ ਤਾਂ ਅਸੀਂ ਉੱਥੇ ਵੀ ਉਹਨੂੰ ਨੌਲੇਜ ਨੂੰ ਅਪਲਾਈ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਉਹਨੂੰ ਨੁਮੈਰੀਕਲ 'ਚ ਅਪਲਾਈ ਕਰਨਾ, ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ, ਨੁਮੈਰੀਕਲਸ ਦੇ ਵਿੱਚ ਔਰ ਨੈਕਸਟ ਸਾਡੇ ਕੰਟੈਂਟ, ਸਾਡੀਆਂ ਨੈਕਸਟ ਕਲਾਸਿਸ ਉਹਦੇ ਵਿੱਚ ਵੀ ਆਪਾਂ ਉਸ ਜਿਹੜਾ ਪਾਸਟ ਨੌਲੇਜ ਆ ਨੂੰ ਅਪਲਾਈ ਕਰਦੇ ਹਾਂ। ਤਾਂ ਇਹ ਸਾਡਾ ਟੌਪਿਕ ਕੀ ਹੋ ਗਿਆ, ਐਪਲੀਕੇਸ਼ਨ। ਔਰ ਲਾਸਟ ਦੇ ਵਿੱਚ ਜਦੋਂ ਤੁਸੀਂ ਆਪਣਾ ਪੂਰਾ ਲੈਸਨ ਦੇ ਦਿੱਤਾ ਤਾਂ ਫੀਡਬੈਕ ਲੈਣ ਦੇ ਲਈ ਕਿ ਤੁਹਾਡਾ ਟੌਪਿਕ ਸਟੂਡੈਂਟਸ ਨੂੰ ਕਿੰਨਾ ਸਮਝ ਆਇਆ, ਕਿੰਨੀ ਕਲੈਰਿਟੀ ਹੋਈ ਆ, ਉਹਦੇ ਲਈ ਅਸੀਂ ਕੀ ਕਰਦੇ ਹਾਂ, ਰੀਕੈਪਚੁਲੇਸ਼ਨ ਕਰਦੇ ਹਾਂ ਜਾਂ ਸਿਸਟਮਟਾਈਜੇਸ਼ਨ ਕਰਦੇ ਹਾਂ। ਰੀਕੈਪਚੁਲੇਸ਼ਨ ਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਬੱਚਿਆਂ ਨੂੰ ਕੁਐਸਚਨਿੰਗ ਕਰਦੇ ਆ, ਠੀਕ ਹੈ, ਸ਼ਾਰਟ ਕੁਐਸਚਨ ਜਾਂ 1 ਆਨਸਰ, ਜਿਹੜਾ 1 ਵਰਡ ਆਨਸਰ ਹੁੰਦੇ ਆ ਉਹ ਤੁਸੀਂ ਸਟੂਡੈਂਟਸ ਨੂੰ ਪੁੱਛਦੇ ਆ। ਹੁਣ ਇਸ ਤੋਂ ਅੱਗੇ ਮੈਂ ਥੋੜਾ ਜਿਹਾ ਇਹਦਾ ਹਰਵਰਸ਼ੀਅਨ ਅਪਰੋਚ ਦੇ ਸਟੈਪਸ ਦਿਖਾਉਣੀ ਆ ਕਿ ਜਦੋਂ ਲੈਸਨ ਤੁਸੀਂ ਲਿਖਣਾ ਆ ਜਾਂ ਲੈਸਨ ਡਿਲੀਵਰ ਕਰਨਾ ਆ ਤਾਂ ਇਹਦੇ ਵਿੱਚ ਹੋਰ ਕੀ ਐਡੀਸ਼ਨਸ ਹੋਣਗੇ
ਜਿਵੇਂ ਇਹਦੇ ਵਿੱਚ ਫਸਟ ਤੁਸੀਂ ਜਨਰਲ ਆਬਜੈਕਟਿਵਸ, ਜਨਰਲ ਆਬਜੈਕਟਿਵ ਜੋ ਮੈਂ ਪਹਿਲਾਂ ਦੱਸਿਆ ਕਿ ਅਸੀਂ ਬੱਚਿਆਂ ਦਾ ਨੌਲੇਜ ਅਪਡੇਟ ਕਰਨਾ ਆ, ਉਹਨਾਂ ਨੂੰ ਅੰਡਰਸਟੈਂਡਿੰਗ ਕਰਵਾਉਣੀ ਆ, ਉਹਨਾਂ ਦੀ ਐਪਲੀਕੇਸ਼ਨ ਜੋ ਨੌਲੇਜ ਅੰਡਰਸਟੈਂਡਿੰਗ ਹੋਈ ਉਹਦੀ ਕਿੱਦਾਂ ਐਪਲੀਕੇਸ਼ਨ ਕਰਨੀ ਆ, ਸਕਿੱਲ ਡਿਵੈਲਪਮੈਂਟ ਕਰਨੀ ਆ, ਉਹਨਾਂ ਦਾ ਸਾਇੰਟੀਫਿਕ ਐਟੀਟਿਊਡ ਡਿਵੈਲਪ ਕਰਨਾ, ਇਹ ਸਾਡੇ ਜਨਰਲ ਆਬਜੈਕਟਿਵਸ ਆ ਜੋ ਤੁਸੀਂ ਫਸਟ ਸੈਮ ਦੇ ਵਿੱਚ ਸਟਾਰਟਿੰਗ 'ਚ ਪੜ੍ਹੇ ਸੀ। ਸੈਕੰਡ ਆ ਗਿਆ ਸਪੈਸੀਫਿਕ ਆਬਜੈਕਟਿਵ। ਸਪੈਸੀਫਿਕ ਆਬਜੈਕਟਿਵ ਹੁੰਦੇ ਆ ਜਦੋਂ ਤੁਸੀਂ ਟੌਪਿਕ, ਜਿਹੜਾ ਟੌਪਿਕ ਪਾਰਟਿਕੂਲਰ ਟੌਪਿਕ ਤੁਸੀਂ ਪੜ੍ਹਾਉਣ ਜਾ ਰਹੇ ਹੋ ਉਹਦੇ ਕੀ ਆਬਜੈਕਟਿਵ ਆ। ਮੰਨ ਲਓ ਤੁਸੀਂ ਫੋਰਸ ਟੌਪਿਕ ਕਰਵਾਉਣਾ ਬੱਚਿਆਂ ਨੂੰ, ਤਾਂ ਤੁਹਾਡਾ ਸਪੈਸੀਫਿਕ ਆਬਜੈਕਟਿਵ ਕੀ ਹੋਊਗਾ? ਟੂ ਗਿਵ ਦਾ ਨੌਲੇਜ ਆਫ ਫੋਰਸ। ਵਟ ਇਜ਼ ਫੋਰਸ? ਵਟ ਆਰ ਦਾ ਟਾਈਪਸ ਆਫ ਫੋਰਸ? ਠੀਕ ਆ, ਇਸ ਤਰ੍ਹਾਂ ਦੇ ਸਪੈਸੀਫਿਕ ਆਬਜੈਕਟਿਵ ਤੁਸੀਂ ਲੈ ਕੇ ਜਾਓਗੇ ਕਿ ਹੁਣ ਮੈਂ ਬੱਚਿਆਂ ਨੂੰ ਇਹ ਦੱਸਣਾ ਉਹਦੇ ਵਿੱਚ ਕਿ ਫੋਰਸ ਦਾ ਕਨਸੈਪਟ ਕੀ ਆ, ਫੋਰਸ ਦੀਆਂ ਟਾਈਪਸ ਕੀ ਆ। ਠੀਕ ਆ, ਦੈਨ ਇੰਟਰੋਡਕਸ਼ਨ ਚ ਹੁੰਦਾ ਕਿ ਅਸੀਂ ਜਿੱਦਾਂ ਹੁਣ ਉਹਨਾਂ ਦੇ ਜਿਹੜਾ ਟੌਪਿਕ ਆ ਉਹਦੇ ਨਾਲ ਜਸਟ ਥੋੜਾ ਜਿਹਾ ਦੱਸਣਾ ਹੁੰਦਾ ਆ, ਪਿਛਲਾ ਜੋ ਬੱਚਿਆਂ ਨੇ ਪੜ੍ਹਿਆ ਹੋਇਆ ਉਹਨੂੰ ਅਸੀਂ ਪ੍ਰੀਵੀਅਸ ਨੌਲੇਜ ਦੇ ਵਿੱਚ ਟੈਸਟ ਕਰਦੇ ਹਾਂ, ਪਰ ਲੈਸਨ ਨੂੰ ਇੰਟਰੋਡਿਊਸ ਕਰਨਾ, ਜਿਵੇਂ ਤੁਸੀਂ ਕਲਾਸ ਦੇ ਵਿੱਚ ਗਏ ਇੱਕਦਮ ਜਾ ਕੇ ਥੋੜੀ ਆਪਾਂ ਠਾ ਦੇਣੀ ਪੜਾਉਣ ਲੱਗ ਜਾਾਂਗੇ ਕਿ ਹਾਂ ਅੱਜ ਆਪਾਂ ਪੜਾਂਗੇ, ਥੋੜਾ ਜਿਹਾ ਕਲਾਸ ਨੂੰ ਫਾਰਮਲ ਕਰਨਾ, ਥੋੜਾ ਜਿਹਾ ਕਲਾਸ ਦੇ ਨਾਲ ਰਿਲੇਸ਼ਨ ਬਣਾਉਣਾ, ਉਹਨੂੰ ਆਪਾਂ ਕਹਿੰਦੇ ਆ ਇੰਟਰੋਡਕਸ਼ਨ। ਦੈਨ ਟੀਚਿੰਗ ਏਡ, ਕਿਹੜੀ ਟੀਚਿੰਗ ਏਡ ਯੂਜ਼ ਕਰਨੀ ਆ? ਟੀਚਿੰਗ ਏਡ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਜੋ ਕਲਾਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਇੱਕ ਹੈਗੀਆਂ ਜਨਰਲ ਟੀਚਿੰਗ ਏਡਸ, ਇੱਕ ਹੁੰਦੀਆਂ ਸਪੈਸੀਫਿਕ ਟੀਚਿੰਗ ਏਡਸ। ਜਨਰਲ ਟੀਚਿੰਗ ਏਡਸ ਹੁੰਦੀਆਂ ਜੋ ਕਲਾਸ ਦੇ ਵਿੱਚ ਆਲਰੇਡੀ ਹੈਗੀਆਂ, ਬਲੈਕ ਬੋਰਡ ਆ, ਚੌਕ ਹੈ, ਡਸਟਰ ਹੈ, ਪੁਆਇੰਟਰ ਹੈ, ਫਿਰ ਇਸ ਤੋਂ ਇਲਾਵਾ ਫਲੈਸ਼ ਕਾਰਡ ਤੁਸੀਂ ਆਪਣੇ ਕੋਈ ਫਲੈਨਲ ਬੋਰਡ ਟੰਗਿਆ ਹੋਇਆ, ਉਹਦੇ ਵਿੱਚ ਤੁਸੀਂ ਉਹਦੇ ਤੇ ਕੋਈ ਪਿਕਚਰ ਸ਼ੋ ਕਰਨੀ ਆ ਤਾਂ ਉੱਥੇ ਤੁਸੀਂ ਪਿੰਨ ਕਰ ਸਕਦੇ ਆ ਫਲੈਨਲ ਬੋਰਡ ਤੇ। ਇਸ ਤਰ੍ਹਾਂ ਦੀਆਂ ਜਿਹੜੀਆਂ ਜਨਰਲ ਟੀਚਿੰਗ ਏਡਸ ਆ ਉਹ ਕਲਾਸ 'ਚ ਆਲਰੇਡੀ ਹੁੰਦੀਆਂ ਨੇ। ਫਿਰ ਸਪੈਸੀਫਿਕ ਟੀਚਿੰਗ ਏਡ ਉਹ ਹੁੰਦੀ ਆ ਜੋ ਤੁਹਾਡੇ ਟੌਪਿਕ ਦੇ ਨਾਲ ਰਿਲੇਟਡ ਆ। ਠੀਕ ਆ, ਜਿਵੇਂ ਫੋਰਸ ਟੌਪਿਕ ਦੀ ਮੈਂ ਐਗਜ਼ਾਮਪਲ ਦਿੱਤੀ, ਤਾਂ ਹੁਣ ਫੋਰਸ ਟੌਪਿਕ ਦੇ ਨਾਲ ਰਿਲੇਟਡ ਸਪੈਸੀਫਿਕ ਏਡਸ ਕਿਹੜੀਆਂ ਹੋਣਗੀਆਂ? ਜਿਵੇਂ ਤੁਹਾਡਾ ਕੋਈ ਤੁਸੀਂ ਐਕਟੀਵਿਟੀ ਪਰਫਾਰਮ ਕਰਨੀ ਆ, ਬਲੈਕ ਬੋਰਡ ਬਾਲ ਹੋ ਸਕਦੀ ਆ, ਜਾਂ ਤੁਸੀਂ ਕੋਈ ਟੌਏ ਲੈ ਕੇ ਗਏ ਆ ਜਿਹਦੇ ਨਾਲ ਤੁਸੀਂ ਫੋਰਸ ਦੀ ਐਕਟੀਵਿਟੀ ਕਰਾਉਣੀ ਆ, ਜੋ ਵੀ ਸਪੈਸੀਫਿਕ ਏਡ ਤੁਸੀਂ ਯੂਜ਼ ਕਰਨੀ ਆ ਜਿਹਦੇ ਨਾਲ ਤੁਸੀਂ ਆਪਣਾ ਕੰਟੈਂਟ ਨੂੰ ਕਲੀਅਰ ਕਰਨਾ ਆ, ਉਹਨੂੰ ਆਪਾਂ ਸਪੈਸੀਫਿਕ ਏਡ ਦਾ ਨਾਮ ਦਿੰਦੇ ਆ। ਦੈਨ ਪ੍ਰੀਵੀਅਸ ਨੌਲੇਜ ਅਸੀਂ ਆਪਣੇ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਆ, ਪ੍ਰੀਵੀਅਸ ਨੌਲੇਜ ਟੈਸਟਿੰਗ ਵੀ ਕਹਿੰਦੇ ਆ ਅਸੀਂ। ਉਹਦੇ ਚ ਕੀ ਹੁੰਦਾ ਕਿ ਤੁਸੀਂ ਆਪਣੇ ਜਿਹੜਾ ਕੰਟੈਂਟ ਕਰਾਉਣਾ ਆ ਉਹਦੇ ਵਾਸਤੇ ਬੱਚਿਆਂ ਦੇ ਪਾਸਟ ਨੌਲੇਜ ਨੂੰ ਟੈਸਟ ਕਰਦੇ ਆ ਕਿ ਕਿੱਥੋਂ ਤੱਕ ਸਟੂਡੈਂਟਸ ਨੂੰ ਪਤਾ ਆ। ਜਿਵੇਂ ਆਪਾਂ ਹੁਣ ਇੱਕ ਟੌਪਿਕ ਦੀ ਐਗਜ਼ਾਮਪਲ ਲਈ ਹੋਈ ਆ ਫੋਰਸ ਦੀ, ਤਾਂ ਜਦੋਂ ਤੁਸੀਂ ਫੋਰਸ ਟੌਪਿਕ ਕਰਵਾਉਣਾ ਆ ਤਾਂ ਤੁਹਾਨੂੰ ਮਤਲਬ ਇਹ ਤੁਸੀਂ ਜੱਜ ਕਰਕੇ ਚੱਲਦੇ ਆ ਕਿ ਸਟੂਡੈਂਟਸ ਨੂੰ ਗ੍ਰੈਵਿਟੀ ਬਾਰੇ ਪਤਾ ਆ, ਸਟੂਡੈਂਟਸ ਨੂੰ ਮੈਟਰ ਬਾਰੇ ਪਤਾ ਆ। ਠੀਕ ਹੈ, ਸਟੂਡੈਂਟਸ ਨੂੰ ਜਿਹੜੀ ਆ ਆਪਣੇ ਅਰਥ ਦੀ ਗ੍ਰੈਵਿਟੀ ਉਹਦੇ ਬਾਰੇ ਪਤਾ ਆ। ਠੀਕ ਆ, ਤਾਂ ਇਸ ਚੀਜ਼ ਨੂੰ ਲੈ ਕੇ ਫਿਰ ਅਸੀਂ ਉਹਨਾਂ ਨੂੰ ਪੀਕੇ ਟੈਸਟਿੰਗ ਉਹਨਾਂ ਦੀ ਕਰਾਂਗੇ। ਨੈਕਸਟ ਸਟੇਟਮੈਂਟ ਆਫ ਏਮਸ, ਇੱਥੇ ਸਟੇਟਮੈਂਟ ਆਫ ਟੌਪਿਕ ਲਿਖਣਾ ਸੀਗਾ, ਸਟੇਟਮੈਂਟ ਆਫ ਟੌਪਿਕ। ਤਾਂ ਉਸ ਤੋਂ ਬਾਅਦ ਅਸੀਂ ਫਿਰ ਅਨਾਉਂਸ ਕਰਾਂਗੇ ਕਿ ਸਾਡਾ ਅੱਜ ਦਾ ਟੌਪਿਕ ਕੀ ਆ, ਦੈਨ ਪ੍ਰੈਜੈਂਟੇਸ਼ਨ, ਦੈਨ ਐਕਸਪਲੇਨੇਸ਼ਨ ਜੋ ਆਪਾਂ ਪਿੱਛੇ ਡਿਸਕਸ ਕਰਕੇ ਆਏ ਆ, ਬਲੈਕਬੋਰਡ ਸਮਰੀ, ਬਲੈਕਬੋਰਡ ਤੇ ਤੁਸੀਂ ਨਾਲ ਦੀ ਨਾਲ ਜੋ ਲਿਖੋਗੇ। 10th ਪੁਆਇੰਟ ਹੈਗਾ ਰਿਵਿਊ ਆਫ ਕੁਐਸਚਨਸ, ਇਹਦੇ ਵਿੱਚ ਰੀਕੈਪਚੁਲੇਸ਼ਨ ਆ ਗਈ। ਦੈਨ ਹੋਮ ਅਸਾਈਨਮੈਂਟ ਨੂੰ ਆਪਾਂ ਹੋਮਵਰਕ ਵੀ ਕਹਿੰਦੇ ਆ, ਤਾਂ ਇਹ ਜਿਹੜੀਆਂ ਹੋਮ ਅਸਾਈਨਮੈਂਟ ਆ ਇਹ ਤੁਸੀਂ ਬੱਚਿਆਂ ਨੂੰ ਰਿਟਨ ਫਾਰਮ ਦੇ ਵਿੱਚ ਦੇਣੀਆਂ। ਇਹ ਸੀਗਾ ਹਰਵਰਸ਼ੀਅਨ ਅਪਰੋਚ। ਨੈਕਸਟ ਸਾਡਾ ਹੈਗਾ ਬਲੂਮਸ ਅਪਰੋਚ। ਠੀਕ ਹੈ, ਹਰਵਰਸ਼ੀਅਨ ਦੇ 5 ਸਟੈਪਸ ਨੇ ਔਰ ਕਈ ਬੁੱਕਸ ਦੇ ਵਿੱਚ 6 ਨੇ ਜਿਵੇਂ ਮੈਂ ਤੁਹਾਨੂੰ ਦੱਸੇ ਹੋਏ ਆ। ਠੀਕ ਆ, ਆਪਾਂ ਬਾਕੀ ਡਿਸਕਸ ਕਰ ਲਿਆ। ਨੈਕਸਟ ਆ ਬਲੂਮ ਅਪਰੋਚ। ਬਲੂਮ ਟੈਕਸੋਨੋਮੀ ਤੁਸੀਂ ਫਸਟ ਸੈਮ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਡਿਸਕਸ ਕੀਤੀ ਸੀਗੀ, ਔਰ ਤੁਹਾਨੂੰ ਪਤਾ ਕਿ ਬਲੂਮ ਜਿਹੜੇ ਆ ਉਹ ਵੀ ਇੱਕ ਫਿਲਾਸਫਰ ਸੀਗੇ, ਇੱਕ ਸਾਇੰਟਿਸਟ ਸੀਗੇ, ਜਿਨ੍ਹਾਂ ਨੇ ਸਾਨੂੰ ਜਿਹੜੇ ਆਬਜੈਕਟਿਵਸ ਆਫ ਸਾਇੰਸ ਆ ਉਹਨਾਂ ਨੂੰ ਇੱਕ ਸਿਸਟਮ ਦੇ ਵਿੱਚ ਦਿੱਤਾ ਕਿ ਕਿਵੇਂ ਅਸੀਂ ਸਟੂਡੈਂਟਸ ਨੂੰ ਅਲੱਗ-ਅਲੱਗ ਡੋਮੇਨ ਦੇ ਥਰੂ ਉਹਨਾਂ ਦੇ ਐਟੀਟਿਊਡ ਦੇ ਵਿੱਚ ਚੇਂਜ ਕਰ ਸਕਦੇ ਹਾਂ।
ਤਾਂ ਉਹ 3 ਡੋਮੇਨ ਕਿਹੜੇ ਸੀਗੇ? ਕੋਗਨੀਟਿਵ ਡੋਮੇਨ, ਅਫੈਕਟਿਵ ਡੋਮੇਨ ਐਂਡ ਸਾਈਕੋਮੋਟਰ ਡੋਮੇਨ। ਠੀਕ ਆ, ਤਾਂ ਹੁਣ ਉਹਨਾਂ ਦੇ ਬੇਸ ਤੇ ਬਲੂਮਸ ਨੇ ਕਿਹਾ ਕਿ ਜਿਹੜੀ ਐਜੂਕੇਸ਼ਨ ਆ ਉਹ ਇੱਕ ਟ੍ਰਾਈਪੋਲਰ ਪ੍ਰੋਸੈਸ ਆ, ਔਰ ਉਸ ਟ੍ਰਾਈਪੋਲਰ ਪ੍ਰੋਸੈਸ ਦੇ ਵਿੱਚ ਜਦੋਂ ਅਸੀਂ ਆਬਜੈਕਟਿਵਸ ਬਣਾਉਂਦੇ ਆ ਤਾਂ ਅਸੀਂ ਕੀ ਲੈਂਦੇ ਆ? ਟ੍ਰਾਈਪੋਲਰ ਪ੍ਰੋਸੈਸ ਦੇ ਵਿੱਚ ਇੱਕ ਐਜੂਕੇਸ਼ਨਲ ਆਬਜੈਕਟਿਵ ਹੋ ਗਈ, ਲਰਨਿੰਗ ਐਕਸਪੀਰੀਐਂਸਿਸ ਹੋ ਗਈ, ਤੇ ਉਸ ਲਰਨਿੰਗ ਐਕਸਪੀਰੀਐਂਸਿਸ ਤੋਂ ਤੇ ਐਜੂਕੇਸ਼ਨਲ ਆਬਜੈਕਟਿਵਸ ਤੋਂ ਸਾਡੇ ਬਿਹੇਵੀਅਰ ਦੇ ਵਿੱਚ ਚੇਂਜ ਕਿਹੜੀ ਆਉਂਦੀ ਹੈ, ਤਾਂ ਉਹਨੂੰ ਆਪਾਂ ਕਹਿੰਦੇ ਆ ਵੈਲੂਏਟਿੰਗ ਚੇਂਜ ਆਫ ਬਿਹੇਵੀਅਰ। ਠੀਕ ਆ, ਇਹ ਤਿੰਨ ਜਿਹੜੇ ਪ੍ਰੋਸੈਸ ਮਿਲ ਕੇ ਇੱਕ ਟ੍ਰਾਈਪੋਲਰ ਪ੍ਰੋਸੈਸ ਬਣਾਉਂਦੇ ਆ, ਜਿਹੜੇ ਇੱਕ ਸਾਈਕਲ ਦੇ ਵਿੱਚ ਚੱਲਦੇ ਆ ਤੇ ਇੱਕ ਦੂਜੇ ਤੇ ਡਿਪੈਂਡੈਂਟ ਆ। ਇਹਨਾਂ ਤੇ ਬੇਸਡ ਉਹਨਾਂ ਨੇ ਸਾਨੂੰ ਲੈਸਨ ਪਲੈਨਿੰਗ ਬਣਾਉਣੀ ਦੱਸੀ ਆ। ਠੀਕ ਆ, ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਸਾਡੀ ਐਜੂਕੇਸ਼ਨ ਆ ਉਹ ਆਬਜੈਕਟਿਵ ਸੈਂਟਰਡ ਹੋਣੀ ਚਾਹੀਦੀ ਆ ਰਾਦਰ ਦੈਨ ਕੰਟੈਂਟ ਸੈਂਟਰਡ। ਇਹਦੇ ਚ ਕੀ ਹੈਗਾ ਕਿ ਅਸੀਂ ਕੰਟੈਂਟ ਨੂੰ ਇਕੱਲਾ ਟੀਚ ਨਹੀਂ ਕਰਨਾ, ਉਸ ਕੰਟੈਂਟ ਦੇ ਪਿੱਛੇ ਸਾਡੇ ਕੁਝ ਆਬਜੈਕਟਿਵਸ ਵੀ ਹੋਣੇ ਚਾਹੀਦੇ ਆ। ਇਹ ਕੰਟੈਂਟ ਅਸੀਂ ਕਿਉਂ ਟੀਚ ਕਰ ਰਹੇ ਹਾਂ, ਕਿਉਂ ਅਸੀਂ ਇੰਨਾ ਟਾਈਮ ਬੱਚਿਆਂ ਤੇ ਲਾ ਰਹੇ ਹਾਂ? ਹੁਣ ਜੇ ਕਲਾਸ ਦੇ ਵਿੱਚ ਜਾ ਕੇ ਤੁਸੀਂ 40 ਮਿੰਟ ਬੱਚਿਆਂ ਨੂੰ ਟੀਚ ਕਰਨਾ ਤਾਂ ਉਹਦੇ ਪਿੱਛੇ ਤੁਹਾਡਾ ਕੀ ਮੋਟਿਵ ਹੈ, ਕੀ ਆਬਜੈਕਟਿਵ ਆ, ਕੀ ਕਰਾਉਣਾ ਚਾਹੁੰਦੇ ਆ ਤੁਸੀਂ ਬੱਚਿਆਂ ਨੂੰ? ਜਸਟ ਇੱਕ ਟੌਪਿਕ ਕਰਾਇਆ ਤੇ ਕਲਾਸ ਤੋਂ ਬਾਹਰ ਆ ਗਈ? ਨਹੀਂ, ਉਹਦੇ ਪਿੱਛੇ ਤੁਹਾਡਾ ਇੱਕ ਮੋਟਿਵ ਸੀ ਕਿ ਮੈਂ ਇਸ ਕੰਟੈਂਟ ਤੋਂ ਬੱਚਿਆਂ ਦੇ ਵਿੱਚ ਆਹ ਚੀਜ਼ ਭਰਨੀ ਚਾਹੁੰਦਾ ਆ ਉਹਨਾਂ ਦੀ ਲਰਨਿੰਗ ਕਰਵਾਉਣੀ ਚਾਹੁੰਦਾ ਆ। ਜਿਹਨੇ ਫੋਰਸ ਟੌਪਿਕ ਲਿਆ ਤਾਂ ਹੁਣ ਫੋਰਸ ਟੌਪਿਕ ਕਰਾਉਣ ਤੋਂ ਬਾਅਦ ਕੀ ਹੋਊਗਾ ਕਿ ਕੱਲ ਨੂੰ ਜਦੋਂ ਬੱਚੇ ਕੋਈ ਵੀ ਐਕਟੀਵਿਟੀ ਇਸ ਤਰ੍ਹਾਂ ਦੀ ਕਰਦੇ ਆ, ਦੇਖੋ ਹੁਣ ਫੋਰਸ ਸਾਨੂੰ ਕਿੱਥੇ ਕਿੱਥੇ ਚਾਹੀਦੀ ਆ, ਕੋਈ ਵੀ ਕੰਮ ਕਰਦੇ ਆ ਤਾਂ ਸਾਨੂੰ ਫੋਰਸ ਦੀ ਲੋੜ ਪੈਂਦੀ ਆ। ਫਿਰ ਕੱਲਾ ਇਹ ਨਹੀਂ ਕਿ ਅਸੀਂ ਮੈਨੂਅਲ ਵਰਕ ਕਰਨਾ ਤਾਂ ਸਾਨੂੰ ਫੋਰਸ ਦੀ ਲੋੜ ਪੈਂਦੀ ਆ, ਮਕੈਨੀਕਲ ਵਰਕ ਕਰਦੇ ਆ ਤਾਂ ਸਾਨੂੰ ਫੋਰਸ ਦੀ ਲੋੜ ਪੈਂਦੀ ਆ। ਜੇ ਅਸੀਂ ਇਹ ਕਹੀਏ ਕਿ ਅੱਗੇ એનર્ਜੀ ਪੜਾਉਣੀ ਆ ਸਟੂਡੈਂਟਸ ਨੂੰ, ਜਾਂ ਅਸੀਂ ਮੋਸ਼ਨ ਕਰਵਾਉਣਾ, ਟਾਈਪ ਆਫ ਮੋਸ਼ਨ ਕਰਵਾਉਣਾ ਆ, ਤਾਂ ਉਹਨਾਂ ਸਾਰਿਆਂ ਦੇ ਵਿੱਚ ਇਹ ਜਿਹੜਾ ਆ ਈਵਨ ਨਿਊਟਨਸ ਲਾਅ ਆਫ ਮੋਸ਼ਨ ਕਰਾਉਣੇ ਆ ਤਾਂ ਸਾਰਿਆਂ ਦੇ ਵਿੱਚ ਫੋਰਸ ਦਾ ਕਲੈਰਿਟੀ ਹੋਣਾ ਜ਼ਰੂਰੀ ਆ। ਠੀਕ ਆ, ਤਾਂ ਜੇ ਹੁਣ ਤੁਸੀਂ ਕੰਟੈਂਟ ਸੈਂਟਰਡ ਹੋ ਕੇ ਹੀ ਪੜਾਉਨੇ ਹੋ ਤਾਂ ਜਸਟ ਇੱਕ ਟੌਪਿਕ ਰਹਿ ਜਾਂਦਾ ਹੈ। ਜੇ ਆਬਜੈਕਟਿਵ ਸੈਂਟਰਡ ਹੋ ਕੇ ਤੁਸੀਂ ਕਲਾਸ ਦੇ ਵਿੱਚ ਟੀਚ ਕਰਦੇ ਹੋ ਤਾਂ ਤੁਹਾਡਾ ਇੱਕ ਬਹੁਤ ਵੱਡਾ ਜਿਹੜਾ ਕਨਸੈਪਟ ਆ ਟੀਚਿੰਗ ਦਾ ਉਹ ਪੂਰਾ ਹੋ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਉਹ ਕਹਿੰਦੇ ਕਿ ਐਜੂਕੇਸ਼ਨ ਜਿਹੜੀ ਆ ਉਹ ਇੱਕ ਪਰਪਸਫੁਲ ਪ੍ਰੋਸੈਸ ਆ। ਜਿਵੇਂ ਆਬਜੈਕਟਿਵ ਸੈਂਟਰਡ ਕਿਹਾ ਉਵੇਂ ਹੀ, ਕਿਉਂਕਿ ਜਦੋਂ ਹੁਣ ਟਾਈਮ ਇੰਨਾ ਲਗਾ ਰਹੇ ਹੋ, 40 ਮਿੰਟ ਲਗਾ ਰਹੇ ਹੋ, ਤਾਂ ਕਲਾਸ ਦੇ ਵਿੱਚ ਉਹਦਾ ਕੋਈ ਪਰਪਸ ਤਾਂ ਹੋਣਾ ਚਾਹੀਦਾ। ਸਟੂਡੈਂਟਸ ਨੇ ਕੋਈ ਲਰਨਿੰਗ ਤਾਂ ਕੀਤੀ ਹੋਵੇ, ਇਹ ਨਹੀਂ ਕਿ ਆਪਾਂ ਟਾਈਮ ਪਾਸ ਕੀਤਾ ਆ ਗਏ, ਖਾਨਾ ਪੂਰਤੀ ਹੋ ਗਈ। ਔਰ ਇਸ ਤੋਂ ਇਲਾਵਾ ਕਹਿੰਦੇ ਜਦੋਂ ਤੁਸੀਂ ਪੂਰਾ ਟੀਚ ਕਰ ਲੈਂਦੇ ਹੋ ਤਾਂ ਫੀਡਬੈਕ ਲੈਣ ਵੇਲੇ ਕੀ ਕਰਨਾ ਹੈ ਕਿ ਜਿਹੜੇ ਆਬਜੈਕਟਿਵ ਲੈ ਕੇ ਤੁਸੀਂ ਕਲਾਸ ਦੇ ਵਿੱਚ ਗਏ ਸੀ ਕਿ ਉਹ ਪੂਰੇ ਹੋਏ, ਕਿਹੜਾ ਮੈਥਡ ਤੁਸੀਂ ਯੂਜ਼ ਕੀਤਾ, ਕਿਹੜੀਆਂ ਇੰਸਟਰਕਸ਼ਨਲ ਟੀਚਿੰਗ ਏਡਸ ਤੁਸੀਂ ਯੂਜ਼ ਕੀਤੀਆਂ, ਔਰ ਤੁਹਾਡੇ ਜਿਹੜੇ ਬੱਚਿਆਂ ਨੂੰ ਲਰਨਿੰਗ ਐਕਸਪੀਰੀਐਂਸਿਸ ਸੀਗੇ ਉਹ ਕਿਵੇਂ ਦੇ ਪ੍ਰੋਵਾਈਡ ਕਰ ਰਹੇ ਹੋ। ਕੀ ਤੁਹਾਡਾ ਟੌਪਿਕ ਸਾਰੇ ਡੋਮੇਨਸ ਕਵਰ ਕਰਦਾ ਆ, ਕੋਗਨੀਟਿਵ, ਅਫੈਕਟਿਵ ਤੇ ਸਾਈਕੋਮੋਟਰ। ਇਹ ਸਾਰਾ ਕੁਝ ਟੀਚਰ ਨੇ ਪ੍ਰੀ ਪਲੈਨਿੰਗ ਕਰਕੇ ਫੇਰ ਕਲਾਸ ਦੇ ਵਿੱਚ ਜਾਣਾ ਆ। ਔਰ ਬਾਕੀ ਜਿਹੜਾ ਲੈਸਨ ਦਾ ਫਾਰਮੈਟ ਉਹ ਕੋਈ ਵੀ ਹੋ ਸਕਦਾ ਆ, ਚਾਹੇ ਹਰਵਰਟ ਦਾ ਯੂਜ਼ ਕਰ ਲਓ, ਚਾਹੇ RCM ਅਪਰੋਚ ਯੂਜ਼ ਕਰ ਲਓ, ਚਾਹੇ ਕੰਸਟਰਕਟਿਵਿਸਟ ਅਪਰੋਚ ਯੂਜ਼ ਕਰ ਲਓ। ਇਹਦੇ ਲਈ ਬਲੂਮਸ ਨੇ ਸਾਨੂੰ ਕੋਈ ਫਾਰਮੈਟ ਨਹੀਂ ਦਿੱਤਾ। ਉਹ ਕਹਿੰਦੇ ਫਾਰਮੈਟ ਜਿਹੜਾ ਮਰਜ਼ੀ ਯੂਜ਼ ਕਰੋ, ਪਰ ਲੈਸਨ ਤਿਆਰ ਕਰਨ ਤੋਂ ਪਹਿਲਾਂ ਇਹ ਜਿਹੜੀਆਂ ਜਿੰਨੀਆਂ ਵੀ ਆਪਾਂ ਨੂੰ ਉਹਨਾਂ ਨੇ ਗੱਲਾਂ ਕਹੀਆਂ ਕਿ ਅਸੀਂ ਆਪਣੇ ਆਬਜੈਕਟਿਵਸ ਨੂੰ ਵੈਲੂਏਟ ਕਰਨਾ, ਇੰਸਟਰਕਸ਼ਨਲ ਏਡਸ ਨੂੰ ਵੈਲੂਏਟ ਕਰਨਾ, ਮੈਥਡੋਲੋਜੀ ਨੂੰ ਵੈਲੂਏਟ ਕਰਨਾ, ਲਰਨਿੰਗ ਐਕਸਪੀਰੀਐਂਸ ਜੋ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਨੇ ਆ ਉਹਨਾਂ ਨੂੰ ਵੈਲੂਏਟ ਕਰਨਾ, ਇਹ ਜ਼ਰੂਰੀ ਹੈ। ਔਰ ਜਦੋਂ ਟੀਚਰ ਇਹਨਾਂ ਗੱਲਾਂ ਦੇ ਲਈ ਅਟੈਂਟਿਵ ਹੋਊਗਾ ਤਾਂ ਉਹਦੀ ਟੀਚਿੰਗ 101% ਇਫੈਕਟਿਵ ਹੋਊਗੀ। ਠੀਕ ਆ, ਹਾਂਜੀ, ਨੈਕਸਟ ਆ ਗਈ RCM ਅਪਰੋਚ। RCM ਅਪਰੋਚ ਦੇ ਵਿੱਚ ਸਾਨੂੰ ਜਿਹੜਾ ਆ ਇਹ ਰੀਜਨਲ ਕਾਲਜ ਆਫ ਮੈਸੂਰ ਦੀ ਇੱਕ ਟੀਮ ਨੇ ਸਾਨੂੰ ਅਪਰੋਚ ਦਿੱਤੀ ਸੀਗੀ। ਔਰ ਇਹਨਾਂ ਨੇ ਕੀ ਕਿਹਾ ਕਿ ਸਾਡੇ ਜਿਹੜੇ ਲੈਸਨ ਪਲਾਨ ਦੇ ਮੇਨ ਮੋਟਿਵ ਆ ਉਹ ਕਾਹਦੇ ਤੇ ਹੋਣਾ ਚਾਹੀਦਾ ਆ ਕਿ ਅਸੀਂ ਕੀ ਬਿਹੇਵੀਅਰਲ ਆਊਟਕਮ ਕੀ ਹੋਣੇ ਚਾਹੀਦੇ ਸਟੂਡੈਂਟਸ ਦੇ। ਠੀਕ ਹੈ, ਜਿਵੇਂ ਫਸਟ ਸਾਡਾ ਕੀ ਸੀ ਹਰਵਰਟ ਸਟੈਪਸ। ਹਰਵਰਟ ਨੇ ਸਾਨੂੰ 5 ਔਰ 6 ਸਟੈਪਸ ਦਿੱਤੇ। ਫਿਰ ਬਲੂਮਸ ਨੇ ਕਿਹਾ ਕਿ ਆਬਜੈਕਟਿਵ ਨੂੰ ਲੈ ਕੇ ਆਬਜੈਕਟਿਵ ਸੈਂਟਰਡ ਸਾਡੀ ਟੀਚਿੰਗ ਹੋਣੀ ਚਾਹੀਦੀ ਆ। ਔਰ RCM ਅਪਰੋਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਟੀਚਿੰਗ ਆ ਉਹਦਾ
ਬੇਸ ਕੀ ਹੋਣਾ ਚਾਹੀਦਾ, ਅਸੀਂ ਕੀ ਲੈ ਕੇ ਜਾਣਾ ਕਿ ਅਸੀਂ ਜੇ ਕਲਾਸ 'ਚ ਟੀਚਿੰਗ ਕਰਨ ਜਾ ਰਹੇ ਹਾਂ ਤਾਂ ਅਸੀਂ ਕਿਹੜੀ ਚੇਂਜ ਕਰਾਉਣੀ ਆ ਬੱਚਿਆਂ ਦੇ ਬਿਹੇਵੀਅਰ ਦੇ ਵਿੱਚ। ਜੇ ਕਹੀਏ ਬਰੋਡਲੀ ਤਾਂ ਬਲੂਮਸ ਟੈਕਸੋਨੋਮੀ ਤੇ RCM ਅਪਰੋਚ ਜਿਹੜੀ ਆ ਉਹ ਕਾਫੀ ਹੱਦ ਤੱਕ ਮਿਲਦੀ ਜੁਲਦੀ ਆ, ਕਿਉਂਕਿ ਬਲੂਮ ਦਾ ਵੀ ਮਕਸਦ ਤਾਂ ਇਹੀ ਸੀਗਾ ਕਿ ਅਸੀਂ ਇਕੱਲਾ ਕੰਟੈਂਟ ਪੜ੍ਹਾਉਣ ਨਹੀਂ ਜਾਣਾ, ਕੋਈ ਆਬਜੈਕਟਿਵ ਲੈ ਕੇ ਜਾਣਾ। ਤਾਂ RCM ਅਪਰੋਚ ਦੇ ਵਿੱਚ ਇੱਕ ਸਟੈਪ ਅਸੀਂ ਹੋਰ ਅੱਗੇ ਵੱਧ ਗਏ ਕਿ ਉਹ ਆਬਜੈਕਟਿਵਸ ਨੂੰ ਅਸੀਂ ਪੂਰੀ ਤਰ੍ਹਾਂ ਲਾਗੂ ਵੀ ਕਰਨਾ ਆ। ਅਸੀਂ ਸਟੂਡੈਂਟਸ ਦੇ ਵਿੱਚ ਉਹਨਾਂ ਨੂੰ ਇੱਕ ਇਹ ਕਹਿ ਲਓ ਕਿ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਉਸ ਚੀਜ਼ ਨੂੰ ਦੇਖਣਾ ਆ ਕਿ ਜਿਹੜੇ ਆਬਜੈਕਟਿਵ ਅਸੀਂ ਲੈ ਕੇ ਗਏ ਆ ਕਿ ਉਹ ਸਾਨੂੰ ਸ਼ੋ ਹੋ ਰਹੇ ਆ, ਕਿ ਉਹ ਪੜ੍ਹਾਉਣ ਤੋਂ ਬਾਅਦ ਬੱਚਿਆਂ ਦੇ ਵਿੱਚ ਚੇਂਜ ਆਈ ਆ। ਇਸ ਚੀਜ਼ ਤੇ ਉਹਨਾਂ ਨੇ ਸਾਨੂੰ ਜ਼ੋਰ ਦਿੱਤਾ ਆ। ਤਾਂ ਇਹਦੇ ਲਈ ਸਾਨੂੰ ਉਹਨੀ ਜਿਹੜੇ ਆ 4 ਮੇਨ ਆਬਜੈਕਟਿਵ ਦਿੱਤੇ। ਫਰਸਟ ਨੌਲੇਜ, ਅੰਡਰਸਟੈਂਡਿੰਗ, ਐਪਲੀਕੇਸ਼ਨ ਐਂਡ ਐਕਟੀਵਿਟੀ। ਉਹਨਾਂ ਨੇ ਕਿਹਾ ਲਰਨਿੰਗ ਬਾਈ ਡੂਇੰਗ ਵੀ ਹੋਣੀ ਚਾਹੀਦੀ ਆ। ਜਦੋਂ ਸਟੂਡੈਂਟਸ ਦੀ ਲਰਨਿੰਗ ਬਾਈ ਡੂਇੰਗ ਹੋਊਗੀ ਤਾਂ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜ ਜਿਹੜੀ ਆ ਉਹ ਈਜ਼ੀਲੀ ਹੋ ਜਾਂਦੀ ਆ। ਕਿਉਂਕਿ ਆਪਾਂ ਨੂੰ ਪਤਾ ਆ ਜਦੋਂ ਟੀਚਿੰਗ ਏਡ ਡਿਸਕਸ ਕੀਤੀਆਂ ਸੀਗੀਆਂ ਕਿ ਕੋਈ ਵੀ ਚੀਜ਼ ਜਦ ਅਸੀਂ ਕੱਲੀ ਸੁਣਦੇ ਆ ਤਾਂ ਉਹਦਾ ਇਫੈਕਟ ਸਾਡੇ ਤੇ 15 to 35% ਹੁੰਦਾ ਕੱਲਾ ਆਡੀਓ ਦੇ ਨਾਲ। ਸਾਡੀ ਲਰਨਿੰਗ ਜਿਹੜੀ ਆ 15 to 35% ਹੁੰਦੀ ਹੈ। ਔਰ ਜਦੋਂ ਅਸੀਂ ਆਡੀਓ ਦੇ ਨਾਲ ਲਰਨਿੰਗ ਕਰਦੇ ਆ, ਸੌਰੀ ਆਡੀਓ ਤੇ ਵਿਜ਼ੂਅਲ ਕਰਦੇ ਆ 35 to 50% ਹੋ ਜਾਂਦੀ ਹੈ। ਠੀਕ ਹੈ, ਸਾਡੀ ਲਰਨਿੰਗ ਜਿਹੜੀ ਆ 35 to 50% ਹੋ ਜਾਂਦੀ ਹੈ। ਔਰ ਜਦੋਂ ਤੁਸੀਂ ਉਸ ਚੀਜ਼ ਨੂੰ ਆਪ ਐਕਟੀਵਿਟੀ ਦੇ ਥਰੂ ਲਰਨਿੰਗ ਬਾਈ ਡੂਇੰਗ ਜਿਹਨੂੰ ਆਪਾਂ ਕਹਿੰਦੇ ਆ ਸਿੱਖਦੇ ਆ ਤਾਂ ਤੁਹਾਡੀ ਲਰਨਿੰਗ 50 to 85 ਹੋ ਜਾਂਦੀ ਆ। ਠੀਕ ਹੈ, ਇਹ ਹੁਣ ਤੁਹਾਡੀ ਆਪਣੀ ਇਨਵੋਲਵਮੈਂਟ ਹੈ। ਜਿੰਨਾ ਇਨਵੋਲਵਮੈਂਟ ਹੋਈ ਚੱਲੂਗੇ ਤਾਂ 85% ਤੱਕ ਲਰਨਿੰਗ ਹਰ ਪਰਸਨ ਦੀ ਹੋ ਜਾਂਦੀ ਹੈ ਜੇ ਉਹ ਇਨਵੋਲਵ ਹੁੰਦਾ ਆ। ਆਡੀਓ, visual and action, sorry, audio, visual and action, ਇਹਦੇ ਨਾਲ ਸਾਡੀ ਲਰਨਿੰਗ 85% ਹੋ ਜਾਂਦੀ ਹੈ। ਹੁਣ RCM ਅਪਰੋਚ ਦੇ ਵਿੱਚ ਅਸੀਂ ਕੀ ਯੂਜ਼ ਕਰਨਾ ਆ, ਕਿਹੜੀਆਂ ਟੀਚਿੰਗ ਸਟ੍ਰੈਟੇਜੀਜ਼ ਹੋਣੀਆਂ ਆ। ਫਰਸਟ ਹੈ ਕਮਿਊਨੀਕੇਸ਼ਨ ਸਟ੍ਰੈਟੇਜੀ, ਬਹੁਤ ਇੰਪੋਰਟੈਂਟ ਹੈ। ਜਿਵੇਂ ਤੁਸੀਂ ਕਲਾਸ 'ਚ ਜਾ ਕੇ ਹੁਣ ਕਮਿਊਨੀਕੇਸ਼ਨ ਕਰਨੀ ਆ, ਵਰਬਲ ਕਮਿਊਨੀਕੇਸ਼ਨ ਹੋਊਗੀ ਤਾਂ ਉਹਦੇ ਲਈ ਤੁਹਾਡੀ ਲੈਂਗੁਏਜ ਸਿੰਪਲ ਹੋਣੀ ਚਾਹੀਦੀ ਆ, ਕਲੀਅਰ ਹੋਣੀ ਚਾਹੀਦੀ ਆ, ਅਕੋਰਡਿੰਗ ਟੂ ਦਾ ਲੈਵਲ ਆਫ ਸਟੂਡੈਂਟਸ ਹੋਣੀ ਚਾਹੀਦੀ ਆ। ਦੈਨ ਇੰਸਟਰਕਸ਼ਨਲ ਏਡ ਕਿਹੜੀਆਂ ਯੂਜ਼ ਕਰਨੀਆਂ ਇਹ ਤੁਸੀਂ ਪ੍ਰੀ ਪਲੈਨਿੰਗ ਕਰਕੇ ਜਾਣੀ ਆ। ਲਰਨਿੰਗ ਸਿਚੁਏਸ਼ਨਸ, ਕਿਵੇਂ ਦਾ ਕਲਾਸ ਦਾ এনवायरमेंट ਕਿਸ ਤਰ੍ਹਾਂ ਦਾ ਬਣਾ ਕੇ ਰੱਖਣਾ ਆ, ਸਟ੍ਰਿਕਟ ਜਾਂ ਤੁਸੀਂ ਫਲੈਕਸੀਬਲ। ਠੀਕ ਹੈ, ਆਪਾਂ ਨੂੰ ਪਤਾ ਕਿ ਸਟ੍ਰਿਕਟ ਮਾਹੌਲ ਦੇ ਵਿੱਚ ਬੱਚੇ ਘੱਟ ਸਿੱਖਦੇ ਆ ਔਰ ਬਹੁਤ ਜ਼ਿਆਦਾ ਫਲੈਕਸੀਬਲ ਹੋ ਗਿਆ ਤਾਂ ਇਨਡਿਸਿਪਲਿਨ ਹੋਊਗਾ। ਤਾਂ ਇਸ ਕਰਕੇ ਸਮੂਥ ਟੀਚਿੰਗ ਦੇ ਲਈ ਸਮੂਥ এনवायरमेंट ਹੀ ਹੋਣਾ ਚਾਹੀਦਾ ਆ। ਟੀਚਰ ਨੂੰ ਜੇ ਆਪਣੇ ਟੌਪਿਕ ਤੇ ਕਮਾਂਡ ਆ, ਉਹਨੂੰ ਕਲੈਰਿਟੀ ਆ ਤਾਂ ਉਹ ਬੱਚਿਆਂ ਦੇ ਅਨੁਸਾਰ ਹੀ ਲਰਨਿੰਗ ਸਿਚੁਏਸ਼ਨਸ ਪ੍ਰੋਵਾਈਡ ਕਰੂਗਾ। ਦੈਨ ਟੈਕਨੀਕਸ ਆਫ ਮੋਟੀਵੇਸ਼ਨ, ਨਾਲ ਦੀ ਨਾਲ ਟੀਚਰ ਨੇ ਸਟੂਡੈਂਟਸ ਨੂੰ ਮੋਟੀਵੇਟ ਵੀ ਕਰਨਾ ਆ ਲਰਨਿੰਗ ਦੇ ਲਈ। ਹਾਂਜੀ, ਫਾਰਮੈਟ ਅੱਗੇ ਦਿੱਤਾ ਲੈਸਨ ਪਲੈਨਿੰਗ ਦਾ। ਜਿਵੇਂ ਤੁਸੀਂ 4th ਸੈਮ ਦੇ ਵਿੱਚ ਬਣਾਉਣੀ ਹੋ ਲੈਸਨ ਪਲਾਨ, ਉਹਦੇ ਤੇ ਟੀਚਰ ਮਤਲਬ ਪਿਊਪਲ ਟੀਚਰ ਦਾ ਨਾਂ ਆ ਗਿਆ, ਸਬਜੈਕਟ ਆ ਗਿਆ, ਟੌਪਿਕ ਆ ਗਿਆ, ਯੂਨਿਟ ਕਿਹੜਾ ਆ, ਕਿਹੜੇ ਗਰੁੱਪ ਲਈ, ਕਿਹੜੀ ਕਲਾਸ ਲਈ ਤੁਸੀਂ ਜਿਹੜਾ ਲੈਸਨ ਪਲਾਨ ਬਣਾ ਰਹੇ ਹੋ, ਕਲਾਸ ਦਾ ਸਾਈਜ਼ ਕਿੰਨਾ ਆ, ਡੇਟ, ਟਾਈਮ, ਫਿਰ ਪ੍ਰੀਵੀਅਸ ਨੌਲੇਜ ਜੋ ਆਪਾਂ ਹਰਵਰਕਸ਼ੀਅਨ ਸਟੈਪਸ ਦੇ ਵਿੱਚ ਕਰਕੇ ਆਏ ਆ। ਦੈਨ ਮੈਥਡ ਆਫ ਟੀਚਿੰਗ, ਤੁਹਾਡਾ ਕਿਹੜਾ ਮੈਥਡ ਆਫ ਟੀਚਿੰਗ ਯੂਜ਼ ਕਰ ਰਹੇ ਆ। ਕਦੀ ਵੀ ਇੱਕ ਮੈਥਡ ਆਫ ਟੀਚਿੰਗ ਅਸੀਂ ਕਲਾਸ 'ਚ ਨਹੀਂ ਯੂਜ਼ ਕਰਦੇ ਰਾਜੇ। ਅਸੀਂ ਜਿਹੜੀ ਆ ਕੋਆਪਰੇਟਿਵ ਲਰਨਿੰਗ ਕਰਵਾਉਂਦੇ ਆ ਬੱਚਿਆਂ ਨੂੰ, ਔਰ ਸਾਡੀ ਜਿਹੜਾ ਮੈਥਡੋਲੋਜੀ ਆ ਉਹ ਵੀ ਕੋਆਪਰੇਟਿਵ ਹੀ ਹੋ ਜਾਂਦੀ ਆ। ਉਹਦੇ 'ਚ ਅਸੀਂ ਇਕੱਲਾ ਇੱਕ ਮੈਥਡ ਯੂਜ਼ ਨਹੀਂ ਕਰਦੇ, ਅਸੀਂ ਲੈਕਚਰ ਡੈਮੋਨਸਟ੍ਰੇਸ਼ਨ ਵੀ ਯੂਜ਼ ਕਰਦੇ ਹਾਂ, ਅਸੀਂ ਐਕਟੀਵਿਟੀ ਸੈਂਟਰਡ ਮੈਥਡ ਵੀ ਯੂਜ਼ ਕਰਦੇ ਹਾਂ, ਅਸੀਂ ਪ੍ਰੋਬਲਮ ਸੋਲਵਿੰਗ ਮੈਥਡ ਵੀ ਯੂਜ਼ ਕਰਦੇ ਹਾਂ। ਬੈਸਟ ਟੀਚਰ ਕਦੀ ਵੀ ਇੱਕ ਮੈਥਡ ਨੂੰ ਲੈ ਕੇ ਟੀਚਿੰਗ ਨਹੀਂ ਕਰਾਉਂਦਾ। ਉਹਨੇ ਜਿਵੇਂ ਬੱਚਿਆਂ ਦੀ ਰਿਕੁਆਇਰਮੈਂਟ ਆ, ਜਿਵੇਂ ਬੱਚਿਆਂ ਨੂੰ ਲੋੜ ਆ, ਜਿਵੇਂ ਉਹਨਾਂ ਦੀ ਅੰਡਰਸਟੈਂਡਿੰਗ ਆ, ਉਹਦੇ ਹਿਸਾਬ ਦੇ ਨਾਲ ਮੈਥਡੋਲੋਜੀ ਚੇਂਜ ਕਰਦਾ ਆ। ਰਿਜਿਡ ਹੋ ਕੇ ਕਲਾਸ 'ਚ ਕਦੀ ਨਹੀਂ ਜਾਣਾ। ਹਾਂਜੀ, ਇੱਥੇ ਫਾਰਮੈਟ ਦਿੱਤਾ ਹੋਇਆ, ਜਿਵੇਂ ਇੰਸਟਰਕਸ਼ਨਲ ਆਬਜੈਕਟਿਵ ਆ ਗਏ, ਜਨਰਲ, ਸਪੈਸੀਫਿਕ, ਇਹ ਆਪਾਂ ਡਿਸਕਸ ਕੀਤੇ ਆ ਪਹਿਲਾਂ ਹਰਵਰਕਸ਼ੀਅਨ ਸਟੈਪਸ ਦੇ ਵਿੱਚ। ਦੈਨ ਕੰਟੈਂਟ ਲਈ ਇੰਟਰੋਡਕਸ਼ਨ, ਏਮਸ,
ਪ੍ਰੈਜੈਂਟੇਸ਼ਨ, ਐਕਸਪਲੇਨੇਸ਼ਨ, ਸਮਰੀ, ਅਸਾਈਨਮੈਂਟਸ। ਸਮਰੀ ਦੇ ਵਿੱਚ ਆਪਣੀ ਜਰਨਲਾਈਜੇਸ਼ਨ ਤੇ ਐਪਲੀਕੇਸ਼ਨ ਆ ਜਾਂਦੀ ਆ, ਔਰ ਅਸਾਈਨਮੈਂਟ ਦੇ ਵਿੱਚ ਹੋਮਵਰਕ ਆ ਜਾਂਦਾ ਹੈ। ਟੀਚਿੰਗ ਐਕਟੀਵਿਟੀ ਹੋਏਗੀ ਪਿਊਪਲ ਟੀਚਰ ਦੀ ਟੀਚਿੰਗ ਐਕਟੀਵਿਟੀ, ਉਹਨੇ ਐਕਸਪਲੇਨ ਕਰਨਾ ਹੈ, ਕਲੈਰੀਫਿਕੇਸ਼ਨ ਦੇਣੀ ਹੈ। ਐਕਸਪਲੇਨੇਸ਼ਨ ਉਹਦੀ ਹੋਊਗੀ ਜਿਵੇਂ ਤੁਸੀਂ ਕੋਈ ਕਨਸੈਪਟ ਦੱਸ ਰਹੇ ਹੋ, ਕੋਈ ਵਰਕਿੰਗ ਦਿਖਾ ਰਹੇ ਹੋ, ਤੇ ਨਾਲ ਨਾਲ ਕਲੈਰੀਫਿਕੇਸ਼ਨ ਦਓਗੇ ਵਿਦ ਐਗਜ਼ਾਮਪਲਸ, ਠੀਕ ਹੈ, ਜਾਂ ਕੁਝ ਡਿਮੋਨਸਟ੍ਰੇਟ ਕਰਾ ਕੇ, ਜਾਂ ਕੋਈ ਪੀਪੀਟੀ ਦਿਖਾ ਕੇ, ਕੋਈ ਸਲਾਈਡ ਦਿਖਾ ਕੇ, ਜਾਂ ਕੋਈ ਐਕਟੀਵਿਟੀ ਪਰਫਾਰਮ ਕਰਕੇ, ਬੱਚਿਆਂ ਦੀ ਇਨਵੋਲਵਮੈਂਟ ਲੈ ਕੇ ਤੁਸੀਂ ਆਪਣੇ ਕੰਟੈਂਟ ਦੀ ਕਲੈਰੀਫਿਕੇਸ਼ਨ ਕਰਨੀ ਆ। ਔਰ ਲਰਨਿੰਗ ਐਕਟੀਵਿਟੀ, ਸਟੂਡੈਂਟਸ ਦੀ ਕੀ ਐਕਟੀਵਿਟੀ ਹੋਊਗੀ, ਉਹ ਅਟੈਂਟਿਵ ਹੋਣਗੇ, ਉਹ ਐਕਟਿਵ ਲਿਸਨਰ ਹੋਣਗੇ, ਪੈਸਿਵ ਲਿਸਨਰ ਨਹੀਂ ਹੋਣਗੇ, ਉਹ ਐਕਟਿਵ ਲਿਸਨਰ ਹੋਣਗੇ। ਐਕਟਿਵ ਲਿਸਨਰ ਕਿਵੇਂ ਹੋਣਗੇ? ਜੇ ਤੁਸੀਂ ਉਹਨਾਂ ਦੇ ਨਾਲ ਕਮਿਊਨੀਕੇਟ ਕਰਦੇ ਹੋ, ਤੁਸੀਂ ਉਹਨਾਂ ਨੂੰ ਵਿੱਚ ਕੁਐਸਚਨਿੰਗ ਕਰ ਰਹੇ ਹੋ, ਡਿਵੈਲਪਿੰਗ ਕੁਐਸਚਨ ਪੁੱਛ ਰਹੇ ਹੋ, ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ, ਰੀਇਨਫੋਰਸਮੈਂਟ ਦੇ ਰਹੇ ਹੋ, ਤਾਂ ਉਹ ਐਕਟਿਵ ਲਿਸਨਰ ਹੋਣਗੇ, ਠੀਕ ਹੈ। ਦੈਨ ਨੋਟਸ ਟੇਕਿੰਗ ਆ, ਤੁਸੀਂ ਬਲੈਕ ਬੋਰਡ ਤੇ ਕੁਝ ਲਿਖਿਆ, ਉਹ ਬੱਚਿਆਂ ਨੂੰ ਕਿਹਾ ਲਿਖੋ, ਨਾਲ ਨਾਲ ਉਹਨੂੰ ਚੈੱਕ ਕਰੋ। ਤੁਸੀਂ ਕੋਈ ਨੂਮੈਰੀਕਲ ਕੀਤਾ, ਉਹ ਬੱਚਿਆਂ ਨੂੰ ਕਿਹਾ ਕਿ ਇਹਨੂੰ ਸੋਲਵ ਕਰੋ। ਇਸ ਤਰ੍ਹਾਂ ਨੋਟਸ ਟੇਕਿੰਗ, ਤਾਂ ਜੋ ਸਟੂਡੈਂਟਸ ਦੀ ਨਾਲ ਦੀ ਨਾਲ ਅਪਡੇਸ਼ਨ ਰਵੇ, ਔਰ ਉਹਨਾਂ ਕੋਲ ਇੱਕ ਰਿਕਾਰਡ ਹੋਵੇ ਕਿ ਅੱਜ ਕਲਾਸ ਦੇ ਵਿੱਚ ਟੀਚਰ ਨੇ ਕੀ ਕਰਾਇਆ। ਘਰ ਜਾ ਕੇ ਉਹਨਾਂ ਨੇ ਜਦੋਂ ਸੈਲਫ ਸਟੱਡੀ ਕਰਨੀ ਆ ਜਾਂ ਹੋਮਵਰਕ ਕਰਨਾ ਹੈ, ਤਾਂ ਉਹਨਾਂ ਕੋਲੇ ਨੋਟਸ ਹੋਣੇ ਚਾਹੀਦੇ ਆ, ਜਿਹਦੇ ਤੋਂ ਅੱਗੇ ਉਹ ਆਪਣਾ ਹੋਮਵਰਕ ਨੂੰ ਡਿਵੈਲਪ ਕਰ ਸਕਣ। ਔਰ ਇਵੈਲੂਏਸ਼ਨ ਕਿਵੇਂ ਕਰਨੀ ਆ? ਥਰੂ ਰੀਕੈਪਚੁਲੇਸ਼ਨ, ਠੀਕ ਹੈ। ਇਹ ਸੀਗਾ RCM ਅਪਰੋਚ। ਔਰ ਨੈਕਸਟ ਹੈ ਕੰਸਟਰਕਟਿਵਿਸਟ ਅਪਰੋਚ। ਕੰਸਟਰਕਟਿਵਿਸਟ ਅਪਰੋਚ, ਜਿਵੇਂ ਆਪਾਂ ਨੂੰ ਇਹਦੇ ਨਾਮ ਤੋਂ ਹੀ ਕਲੀਅਰ ਆ, ਕੰਸਟਰਕਟਿਵਿਜ਼ਮ ਜਾਂ ਕੰਸਟਰਕਟ ਕਰਨਾ, ਕਿਸੇ ਚੀਜ਼ ਨੂੰ ਇਨੋਵੇਸ਼ਨ ਕਰਨੀ, ਕਿਸੇ ਚੀਜ਼ ਦੀ ਨਿਊ, ਠੀਕ ਹੈ, ਕ੍ਰੀਏਟਿਵ, ਕੋਈ ਕ੍ਰੀਏਟਿਵ ਆਈਡੀਆਜ਼। ਤਾਂ ਕੰਸਟਰਕਟਿਵਿਸਟ ਅਪਰੋਚ ਜਿਹੜੀ ਆ ਉਹ ਇਸੇ ਚੀਜ਼ ਤੇ ਬੇਸਡ ਆ, ਇਨੋਵੇਟਿਵ ਆਈਡੀਆਜ਼ ਤੇ, ਕਿਸੇ ਕ੍ਰੀਏਟਿਵਿਟੀ ਤੇ, ਕਿਸੇ ਕ੍ਰੀਏਸ਼ਨ ਤੇ। ਜਿਵੇਂ ਡੈਫੀਨੇਸ਼ਨ ਵੀ ਇਹ ਹੈ ਕਿ ਕੰਸਟਰਕਟਿਵਿਸਟ ਅਪਰੋਚ ਕੀ ਕਰਦੀ ਆ? It is an epistemological position in which knowledge is regarded as constructed. ਅਸੀਂ ਜੋ ਬੁੱਕਸ 'ਚ ਲਿਖਿਆ ਹੋਇਆ, ਠੀਕ ਹੈ, ਜੋ ਟੀਚਰ ਨੇ ਕ੍ਰੈਮ ਕਰਾਤਾ ਉਵੇਂ ਨਹੀਂ ਪੜ੍ਹਨਾ। ਟੀਚਰ ਨੇ ਜੋ ਸਾਨੂੰ ਦੱਸਿਆ ਉਹਦੇ ਵਿੱਚ, ਕਿਉਂਕਿ ਸਾਡਾ ਆਪਣਾ ਵੀ ਤਾਂ IQ ਆ, ਸਾਡੀ ਆਪਣੀ ਵੀ ਤਾਂ ਅੰਡਰਸਟੈਂਡਿੰਗ ਆ, ਉਹਨੂੰ ਅਸੀਂ ਐਡ ਕਰਕੇ ਫਿਰ ਤੁਸੀਂ ਅੱਗੇ ਚੱਲਣਾ, ਉਹਨੂੰ ਆਪਾਂ ਕਹਿੰਦੇ ਆ ਕੰਸਟਰਕਟਿਵਿਸਟ ਅਪਰੋਚ। ਔਰ ਇਹ ਪੂਰੀ ਦੀ ਪੂਰੀ ਕਾਹਦੇ ਤੇ ਬੇਸਡ ਆ? ਕੰਪਰੀਹੈਂਸਿਵ ਵਿਊ ਆਫ ਲਰਨਿੰਗ। ਅੱਧੇ ਅਧੂਰੇ ਨੌਲੇਜ ਤੇ ਬੇਸਡ ਨਹੀਂ ਹੁੰਦੀ ਕੰਸਟਰਕਟਿਵਿਸਟ ਅਪਰੋਚ, ਥੋਰੋ ਨੌਲੇਜ ਤੇ, ਕੰਪਰੀਹੈਂਸਿਵ ਨੌਲੇਜ ਤੇ ਬੇਸਡ ਹੁੰਦੀ ਆ। ਔਰ ਤੁਸੀਂ ਜਿਹੜਾ ਆ ਜਦੋਂ ਡਿਟੇਲ ਦੇ ਵਿੱਚ ਥੋਰੋਲੀ ਪੜ੍ਹਦੇ ਆ ਤਾਂ ਹੀ ਕੋਈ ਕਨਕਲੂਡ ਕਰ ਸਕਦੇ ਹੋ, ਤਾਂ ਹੀ ਤੁਸੀਂ ਉਹਦੇ ਵਿੱਚ ਆਪਣੇ ਜਿਹੜੇ ਨੌਲੇਜ ਨੂੰ ਅਮੈਂਡ ਕਰ ਸਕਦੇ ਆ। ਔਰ ਕੰਸਟਰਕਟਿਵਿਸਟ ਅਪਰੋਚ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਉਹਨਾਂ ਦੀ ਏਜ, ਉਹਨਾਂ ਦੀ ਰਿਕੁਆਇਰਮੈਂਟ ਨੂੰ ਜ਼ਰੂਰ ਧਿਆਨ 'ਚ ਰੱਖਣਾ ਹੁੰਦਾ। ਤਾਂ ਆਪਾਂ ਕਹਿੰਦੇ ਆ ਕਿ ਕੰਸਟਰਕਟਿਵਿਸਟ ਅਪਰੋਚ ਹਮੇਸ਼ਾ ਸਟੂਡੈਂਟ ਸੈਂਟਰਡ ਹੁੰਦੀ ਆ। ਸਟੂਡੈਂਟ ਸੈਂਟਰ ਲਰਨਿੰਗ ਇਹਦਾ ਇੱਕ ਇੰਪੋਰਟੈਂਟ ਪਾਰਟ ਹੈ। ਔਰ ਟੀਚਰ ਨੇ ਕਲਾਸ ਦੇ ਵਿੱਚ ਸਟੇਸ਼ਨ ਕ੍ਰੀਏਟ ਕਰਨੀ ਆ ਔਰ ਸਟੂਡੈਂਟਸ ਨੂੰ ਮੌਕਾ ਦੇਣਾ ਆ, ਤਾਂ ਜੋ ਟ੍ਰੈਡੀਸ਼ਨਲ ਟੀਚਿੰਗ ਤੋਂ ਹਟ ਕੇ ਲਰਨਿੰਗ ਬੇਸਡ ਜਿਹੜੀ ਟੀਚਿੰਗ ਕਰਵਾ ਕੇ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਕਿ ਉਹ ਸਿੱਖ ਸਕਣ ਉਹਦੇ ਤੋਂ। ਔਰ ਇਹ ਜਿਹੜੀ ਕੰਸਟਰਕਟਿਵਿਸਟ ਅਪਰੋਚ ਆ, ਇਹ ਸਾਡੇ 5 ਸਟੈਪਸ ਦੇ ਵਿੱਚ ਹੁੰਦੀ ਆ। ਔਰ ਇਹਨੂੰ ਅਸੀਂ 5E ਮਾਡਲ ਵੀ ਕਹਿ ਦਿੰਦੇ ਆ, ਕਿਉਂਕਿ ਇਹ ਜਿਹੜੇ 5 ਸਟੈਪ ਨੇ, ਹਰ ਸਟੈਪ E ਤੋਂ ਸਟਾਰਟ ਹੁੰਦਾ ਆ, ਤਾਂ ਆਪਾਂ ਇਹਨੂੰ 5E ਮਾਡਲ ਵੀ ਕਹਿ ਦਿੰਦੇ ਆ। 5E ਮਾਡਲ ਆਫ ਕੰਸਟਰਕਟਿਵਿਸਟ ਅਪਰੋਚ, ਔਰ ਸਿੱਧਾ ਹੀ 5E ਮਾਡਲ ਆਫ ਲਰਨਿੰਗ, ਠੀਕ ਆ। ਔਰ ਇਹ ਸਟੈਪ ਸ਼ੁਰੂ ਕਿੱਥੋਂ ਹੁੰਦੇ ਆ? ਅੰਗੇਜ ਤੋਂ। ਅੰਗੇਜ, ਐਕਸਪਲੋਰ, ਐਕਸਪਲੇਨ, ਐਲੈਬੋਰੇਟ ਐਂਡ ਇਵੈਲੂਏਟ। ਹਾਂਜੀ, ਫਰਸਟ ਹੈ ਅੰਗੇਜ। ਜਿਵੇਂ ਆਪਾਂ ਕਿਹਾ ਕਿ ਟੀਚਰ ਨੇ ਜਾ ਕੇ ਕਲਾਸ ਦੇ ਵਿੱਚ ਸਟੂਡੈਂਟਸ ਨੂੰ ਇੱਕ ਲਰਨਿੰਗ ਸਟੇਸ਼ਨ ਪ੍ਰੋਵਾਈਡ ਕਰਨੀ ਹੈ। ਟੀਚਰ ਨੇ ਸਟੂਡੈਂਟਸ ਨੂੰ ਮੋਟੀਵੇਟ ਕਰਨਾ ਹੈ, ਉਹਨਾਂ ਦੇ ਵਿੱਚ ਇੱਕ ਕਿਉਰਿਓਸਿਟੀ ਅਰਾਊਜ਼ ਕਰਨੀ ਹੈ ਕਿ ਉਹ ਕੁਝ ਸਿੱਖਣ। ਤਾਂ ਉਹਦੇ ਲਈ ਉਹਨੇ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਿੱਥੋਂ ਸਟੂਡੈਂਟਸ ਨੂੰ ਉਸ ਸਟੇਸ਼ਨ ਦੇ ਵਿੱਚੋਂ ਕੁਐਸਚਨਸ ਰੇਜ਼ ਹੋਣ,
स्टूडेंट्स क्वेश्चन करन कि क्यों होया, या टीचर उन्होंने पूछे क्यों होया। एक टीचर ने क्लास च जाके एक सस्पेंस क्रिएट करता, ठीक है। जिद्दां हुण आपां फोर्स टॉपिक ही लिया होया ते फोर्स दे नाल आपां ग्रेविटी, दो टॉपिक आपां कोरिलेट करके चलदे आ। या फोर्स टॉपिक दे विच की कीता, तुसी स्टूडेंट्स नूं किहा कि एक स्टूडेंट नूं उठ के किहा कि प्लीज ओपन द डोर, ठीक है। दैन फिर तुसी किहा प्लीज क्लोज द डोर, ठीक है। ਤਾਂ ਹੁਣ ਸਟੂਡੈਂਟਸ ਨੂੰ ਪੁੱਛੋ ਕਿ ਜਦੋਂ ਤੂੰ ਡੋਰ ਨੂੰ ਕਲੋਜ਼ ਕੀਤਾ ਜਾਂ ਉਹਨੂੰ ਓਪਨ ਕੀਤਾ ਤਾਂ ਤੂੰ ਆਪਣੀ ਬਾਡੀ ਦੇ ਵਿੱਚ ਕੀ ਫੀਲ ਕੀਤਾ, ਠੀਕ ਹੈ। ਹੁਣ ਦੂਸਰੇ ਬੱਚਿਆਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਕਹੋਗੇ, ਇੱਕ ਸਿਚੁਏਸ਼ਨ ਕ੍ਰੀਏਟ ਹੋ ਗਈ, ਕੀ ਫੀਲ ਕੀਤਾ, ਕਿਉਂ ਹੋਇਆ, ਇਹ ਕੀ ਆ ਕੁਐਸਚਨ ਰੇਜ਼ ਹੋ ਗਏ। ਹੁਣ ਇਸੇ ਦੇ ਨਾਲ ਹੁਣ ਤੁਸੀਂ ਅੱਗੇ ਸਟੂਡੈਂਟਸ ਨੂੰ ਕਹਿਣਾ ਆ ਕਿ ਇਹ ਨਾ ਕੁਐਸਚਨ ਦੇ ਆਨਸਰ ਉਹਨਾਂ ਨੇ ਲੱਭਣੇ ਆ। ਇਹਦੇ ਨਾਲ ਕੀ ਆ, ਉਹਨਾਂ 'ਚ ਇੱਕ ਇੰਟਰਸਟ ਕ੍ਰੀਏਟ ਹੋਊਗਾ। ਤਾਂ ਕੀ ਹੋ ਗਿਆ, ਫਸਟ ਸਟੈਪ ਅੰਗੇਜ, ਤੁਸੀਂ ਅੰਗੇਜ ਕਰਤਾ ਉਹਨਾਂ ਨੂੰ ਸਿਚੁਏਸ਼ਨ ਕ੍ਰੀਏਟ ਕਰਕੇ। ਦੂਸਰਾ ਹੈ ਐਕਸਪਲੋਰ, ਹੁਣ ਉਹਨਾਂ ਨੂੰ ਤੁਸੀਂ ਖੁਦ ਕਿਹਾ ਕਿ ਇਹਦੇ ਆਨਸਰ ਲੱਭ ਕੇ ਲਿਆਉਣੇ ਆ। ਐਕਸਪਲੋਰ ਕਰੋ, ਖੋਜਣਾ, ਉਹਦੇ ਲਈ ਉਹ ਹੋਰ ਐਕਟੀਵਿਟੀਜ਼ ਕਰਨਗੇ ਆਪਣੇ ਬਿਹਾਫ ਤੇ। ਹੁਣ ਇੱਥੇ ਇੰਡੀਵਿਜੂਅਲ ਡਿਫਰੈਂਸਿਸ ਆ, ਜਿਵੇਂ ਜਿਵੇਂ ਦਾ ਉਹਨਾਂ ਦਾ IQ ਆ, ਉਹ ਆਪਣੀ ਉਸ IQ ਨੂੰ ਯੂਜ਼ ਕਰਕੇ, ਇਨਵੈਸਟੀਗੇਸ਼ਨ ਕਰਕੇ ਉਹ ਬੁੱਕਸ ਪੜ੍ਹਨਗੇ, ਉਸ ਟੌਪਿਕ ਨਾਲ ਰਿਲੇਟਡ ਕਿਤਿਓਂ ਇੱਕ ਦੂਜੇ ਨਾਲ ਡਿਸਕਸ ਕਰਨਗੇ, ਠੀਕ ਆ। ਔਰ ਟੀਚਰ ਨੇ ਉਹਨਾਂ ਨੂੰ ਇਨਕਰੇਜ ਕਰਨਾ, ਮੋਟੀਵੇਟ ਕਰਨਾ ਹੈ ਕਿ ਉਹਦੇ ਨਾਲ ਰਿਲੇਟਡ ਜੇ ਕੋਈ ਹੋਰ ਵੀ ਕੁਐਸਚਨ ਮਾਈਂਡ 'ਚ ਆਉਂਦੇ ਆ ਉਹ ਟੀਚਰ ਨੂੰ ਪੁੱਛ ਲੈਣ। ਟੀਚਰ ਉਹਨਾਂ ਨੂੰ ਸੈਟਿਸਫਾਈ ਕਰੂਗਾ ਔਰ ਨਾਲ ਬੱਚੇ ਜਿਹੜੇ ਆ ਉੱਥੋਂ ਉਹਨਾਂ ਪੁਆਇੰਟਸ ਨੂੰ ਨੋਟ ਕਰਦੇ ਰਹਿਣਗੇ। ਤਾਂ ਇਹ ਕੀ ਹੋ ਗਿਆ, ਖੋਜਣਾ, ਐਕਸਪਲੋਰ ਕਰਨਾ, ਉਹਨਾਂ ਕੁਐਸਚਨ ਦੇ ਆਨਸਰ ਲੱਭਣੇ ਆ ਉਹਨਾਂ ਨੇ, ਠੀਕ ਆ। ਤਾਂ ਜਦੋਂ ਕਿਉਰਿਓਸਿਟੀ ਅਰਾਊਜ਼ ਕੀਤੀ ਆ ਟੀਚਰ ਨੇ ਪਹਿਲਾਂ ਸਿਚੁਏਸ਼ਨ ਕ੍ਰੀਏਟ ਕਰਕੇ, ਤਾਂ ਆਪੇ ਬੱਚੇ ਇਨਵੋਲਵ ਹੋ ਜਾਂਦੇ ਆ। ਉਹਨਾਂ ਦੇ ਵਿੱਚ ਇੱਕ ਸਪਿਰਿਟ ਪੈਦਾ ਕਰਨੀ ਆ ਤਾਂ ਜੋ ਇਸ ਕੁਐਸਚਨ ਦੇ ਆਨਸਰ ਉਹ ਲੱਭਣ। ਦੈਨ ਐਕਸਪਲੇਨ, ਹੁਣ ਜੋ ਉਹਨਾਂ ਨੇ ਟੀਚਰ ਨਾਲ ਡਿਸਕਸ ਕੀਤਾ, ਜੋ ਉਹਨੀ ਬੁੱਕਸ ਤੋਂ ਲੱਭਿਆ, ਉਹਨੂੰ ਐਕਸਪਲੇਨ ਕਰਨਗੇ। ਥਰਡ ਸਟੈਪ ਦੇ ਵਿੱਚ ਐਕਸਪਲੇਨ, ਠੀਕ ਆ। ਤਾਂ ਇੱਥੇ ਜਿਹੜਾ ਆ ਹੁਣ ਜ਼ਰੂਰੀ ਨਹੀਂ ਹੈ ਕਿ ਉਹ ਜਿਹੜੀ ਐਕਸਪਲੇਨੇਸ਼ਨ ਆ ਉਹ ਬਹੁਤ ਫਾਰਮਲ ਹੋਵੇ, ਠੀਕ ਹੈ। ਜੋ ਸਟੂਡੈਂਟਸ ਨੇ ਉਹਨਾਂ ਨੇ ਕਨਕਲੂਡ ਕੀਤਾ ਹੈ ਉਹ ਟੀਚਰ ਦੇ ਨਾਲ ਡਿਸਕਸ ਕਰਨਗੇ, ਉਹ ਦੱਸਣਗੇ ਔਰ ਟੀਚਰ ਨਾਲ ਦੀ ਨਾਲ ਜਸਟੀਫਿਕੇਸ਼ਨ ਦਊਗਾ, ਕਿਉਂਕਿ ਟੀਚਰ ਨੂੰ ਤਾਂ ਪਤਾ ਨਾ ਕਿਹੜੇ ਸਹੀ ਆਨਸਰ ਆ ਕਿਹੜੇ ਗਲਤ ਆ। ਆਪਾਂ ਤਾਂ ਸਿਰਫ ਉਹਨਾਂ ਦੀ ਇੱਕ ਇਨਵੋਲਵਮੈਂਟ ਕਰਕੇ ਉਹ ਕੀ ਸਿੱਖਦੇ ਆ, ਉਹ ਕੀ ਕਹਿਣਾ ਚਾਹੁੰਦੇ ਆ, ਉਹ ਸਿਚੁਏਸ਼ਨ ਪ੍ਰੋਵਾਈਡ ਕੀਤੀ ਤਾਂ ਜੋ ਆਪਣੇ ਬਿਹਾਫ ਤੇ ਕੁਛ ਸਿੱਖਣ, ਪਰ ਇਹ ਨਹੀਂ ਕਿ ਉਹ ਗਲਤ ਸਿੱਖਣ। ਇੱਥੇ ਟੀਚਰ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਕਿ ਉਹਨੇ ਬੱਚਿਆਂ ਨੂੰ ਆਊਟ ਆਫ ਟਰੈਕ ਨਹੀਂ ਜਾਣ ਦੇਣਾ, ਉਹਨਾਂ ਨੂੰ ਟਰੈਕ ਤੇ ਹੀ ਰੱਖਣਾ ਹੈ। ਜੇ ਉਹ ਟਰੈਕ ਤੋਂ ਆਊਟ ਜਾ ਰਹੇ ਆ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਆ, ਉੱਥੇ ਉਹਨਾਂ ਨੂੰ ਦੱਸਣਾ ਕਿ ਨਹੀਂ ਇਹ ਗਲਤ ਆ, ਤੁਸੀਂ ਇਹਨੂੰ ਨਹੀਂ ਪੜ੍ਹਨਾ, ਆਹ ਡਿਸਕਸ ਕਰੋ, ਇਹਨੂੰ ਦੇਖੋ, ਇਹਨੂੰ ਰੀਡ ਕਰੋ, ਇੱਥੋਂ ਕੀ ਕਨਕਲੂਜਨ ਨਿਕਲਦੇ ਆ। ਜਾਂ ਮਟੀਰੀਅਲ ਪ੍ਰੋਵਾਈਡ ਕਰੂਗਾ ਜਾਂ ਉਹਨਾਂ ਨੂੰ ਦੱਸੂਗਾ ਕਿ ਆਹ ਜਿਹੜੀ ਬੁੱਕ ਹੈ ਇੱਥੋਂ ਜਾ ਕੇ ਪੜ੍ਹੋ, ਜਾਂ ਆਪ ਉੱਥੇ ਹਿੰਟਸ ਦਓ, ਠੀਕ ਆ। ਉਹ ਸਾਰਾ ਕੁਝ ਕਰਕੇ ਉਹਨਾਂ ਨੂੰ ਰਾਈਟ ਟਰੈਕ ਤੇ ਰੱਖਣਾ। ਤਾਂ ਹੁਣ ਉਹਦੇ ਤੋਂ ਬਾਅਦ ਜੋ ਸਟੂਡੈਂਟਸ ਦੱਸ ਰਹੇ ਆ ਉਹਦੇ ਨਾਲ ਟੀਚਰ ਨੇ ਉਹਨੂੰ ਜਸਟੀਫਾਈ ਕਰਨਾ ਆ। ਉਹ ਸਟੈਪ ਸਾਡਾ ਕੀ ਹੋ ਗਿਆ, ਐਕਸਪਲੇਨੇਸ਼ਨ, ਠੀਕ ਆ। ਇਹਦੇ ਵਿੱਚ ਐਕਸਪਲੇਨੇਸ਼ਨ ਤੋਂ ਬਾਅਦ ਐਲੈਬੋਰੇਟ, ਹਾਂਜੀ। ਐਲੈਬੋਰੇਟ ਦੇ ਵਿੱਚ ਕੀ ਆ ਕਿ ਹੁਣ ਰਾਈਟ ਟੌਪਿਕ ਜੋ ਅਸਲ ਦੇ ਵਿੱਚ ਕਨਕਲੂਡ ਹੋਣਾ ਸੀ ਕਿ what is force and what are the types of force, what is the effect of force, what is the importance of force, ਉਹ ਇੱਥੇ ਐਲੈਬੋਰੇਟ ਵਾਲੇ ਸਟੈਪ ਦੇ ਵਿੱਚ ਟੀਚਰ ਸਟੂਡੈਂਟਸ ਨੂੰ ਦੱਸੂਗਾ ਕਿ ਅਸਲ ਦੇ ਵਿੱਚ ਉਹ ਕੀ ਪੜ੍ਹਾਉਣਾ ਚਾਹੁੰਦਾ ਸੀ ਔਰ ਉਹਦੇ ਪਿੱਛੇ ਕੀ ਪਰਪਸ ਹੋਊਗਾ। ਤਾਂ ਹੁਣ ਤੁਸੀਂ ਸੋਚੋ ਕਿ ਜਦੋਂ ਇਹ ਸਟੈਪਸ ਦੇ ਵਿੱਚੋਂ ਬੱਚੇ ਨਿਕਲਣਗੇ ਤਾਂ ਉਹਨਾਂ ਦਾ ਮਾਈਂਡ ਕਿੰਨਾ ਵਾਰਮ ਅਪ ਹੋਇਆ ਹੋਊਗਾ ਔਰ ਉਹ ਸਿੱਖਣ ਲਈ ਕਿੰਨੇ ਐਕਸਾਈਟਡ ਹੋਣਗੇ, ਉਹ ਉਸ ਨੌਲੇਜ ਨੂੰ ਲੈਣ ਲਈ ਕਿੰਨੇ ਐਕਸਾਈਟਡ ਹੋਣਗੇ। ਬਸ ਆਹੀ ਫਰਕ ਹੈ ਕੰਸਟਰਕਟਿਵਿਸਟ ਅਪਰੋਚ ਦੇ ਵਿੱਚ ਤੇ ਹਰਵਾਸ਼ੀਅਨ ਸਟੈਪਸ ਦੇ ਵਿੱਚ, ਕਿ ਕੰਸਟਰਕਟਿਵਿਸਟ ਅਪਰੋਚ ਜਿਹੜੀ ਆ ਉਹ ਬੱਚਿਆਂ ਦੇ ਵਿੱਚ ਕਿਉਰਿਓਸਿਟੀ ਅਰਾਊਜ਼ ਕਰਕੇ ਉਹਨਾਂ ਨੂੰ ਸਟਿਮੂਲੇਟ ਕਰਕੇ ਸਿੱਖਣ ਦੇ ਲਈ ਪ੍ਰੇਰਿਤ ਕਰਦੀ ਆ, ਜਿਹਦੇ ਲਈ ਬੱਚੇ ਇਨਵੋਲਵ ਹੁੰਦੇ ਆ ਔਰ ਸਿੱਖਣ ਦੇ ਲਈ ਉਤਸ਼ਾਹਿਤ ਹੁੰਦੇ ਆ, ਠੀਕ ਆ। ਹੁਣ ਜਦੋਂ ਰਾਈਟ ਨੌਲੇਜ ਟੀਚਰ ਨੇ ਉਹਨਾਂ ਨੂੰ ਦਿੱਤਾ, ਐਲੈਬੋਰੇਟ ਕਰਤਾ, ਸਾਰਾ ਕੁਝ ਦੱਸਤਾ ਔਰ ਲਾਸਟ ਦੇ ਵਿੱਚ ਹੋ ਗਿਆ ਅਵੈਲੂਏਟ।
ਠੀਕ ਆ। evaluate ਦੇ ਵਿੱਚ ਇੱਕ ਜਨਰਲਾਈਜੇਸ਼ਨ ਬਣ ਗਈ। ਹੁਣ evaluation ਦੇ ਨਾਲ ਕੀ ਆ, ਸਟੂਡੈਂਟਸ ਜਿਹੜੇ ਆ ਉਹ ਏਬਲ ਹੋ ਜਾਂਦੇ ਆ। ਹੁਣ ਜੇ ਉਹਨਾਂ ਨੂੰ ਕੋਈ ਪੁੱਛੂਗਾ ਕਿ ਫੋਰਸ ਕੀ ਆ, ਕੋਈ ਫੀਡਬੈਕ ਲੈਣੀ ਆ, ਉੱਥੇ ਕੁਐਸਚਨ ਕਰੂਗਾ ਟੀਚਰ ਉਹਦੇ ਨਾਲ ਰਿਲੇਟਡ ਜੋ ਉਹਨੇ ਐਲੈਬੋਰੇਟ ਕੀਤਾ ਸੀਗਾ, ਤਾਂ ਸਟੂਡੈਂਟਸ ਉਹਨਾਂ ਦੇ ਆਨਸਰ ਬੜੇ ਈਜ਼ੀਲੀ ਦੇ ਸਕਣਗੇ। ਠੀਕ ਆ, ਇਹ ਸੀਗੀ ਕੰਸਟਰਕਟਿਵਿਸਟ ਅਪਰੋਚ। ਹੁਣ ਤੁਸੀਂ ਜਿੰਨੀਆਂ ਮੈਂ ਅਪਰੋਚਿਸ ਕਰਾਈਆਂ, ਇਹਨਾਂ ਦਾ ਕੰਪੈਰੀਜ਼ਨ ਕਰਨਾ ਔਰ ਫਿਰ ਦੇਖਣਾ ਕਿ ਤੁਹਾਨੂੰ ਕਿਹੜੀ ਅਪਰੋਚ ਬੈਸਟ ਲੱਗੀ ਆ। ਥੈਂਕ ਯੂ ਰਾਜੇ।